ਜਦੋਂ ਵੀ ਸੰਯੁਕਤ ਮੋਰਚੇ ਵੱਲੋਂ ਕੋਈ ਨਵਾਂ ਐਲਾਨ ਕਰ ਦਿੱਤਾ ਜਾਂਦਾ ਸਾਡੇ ਪ੍ਰਧਾਨ ਮੰਤਰੀ ਸਾਹਿਬ ਤਾਂ ਭਾਰਤ ਤੋਂ ਬਾਹਰ ਹੀ ਚਲੇ ਜਾਂਦੇ ਨੇ, ਆਪਣੇ ਹੋਰ ਸਮਾਗਮਾਂ ਦੇ ਵਿੱਚ ਹਿੱਸਾ ਪਾਉਣ ਲੱਗ ਜਾਂਦੇ ਨੇ। ਜਦੋਂ ਸਾਰਾ ਭਾਰਤ ਬੰਦ ਕਰ ਦਿੱਤਾ, ਮੋਰੀ ਭੂਮਿਕਾ ਪੰਜਾਬ ਦਾ ਕਿਸਾਨ ਨਿਭਾ ਰਿਹਾ ਹੈ। ਜਦੋਂ ਪੰਜਾਬ ਦੇ ਕਿਸਾਨ ਦੇ ਸੱਦੇ ਦੇ ਉੱਤੇ ਕਿਸੇ ਨੇ ਜਾਣਾ ਹੀ ਨਹੀਂ ਤਾਂ ਦਫ਼ਤਰਾਂ ਦੇ ਵਿੱਚ ਤੁਸੀਂ ਲੋਕ ਕਰਮਚਾਰੀਆਂ ਨੂੰ ਬਹਾ ਕੇ ਖੱਟਿਆ ਕੀ? ਤੁਸੀਂ ਤਾਂ ਘਰਾਂ ਦੇ ਵਿੱਚ ਬੈਠੇ ਹੋ। ਉਹ 4 ਮਹੀਨੇ ਉੱਥੇ ਹੱਦਾਂ ਦੇ ਉੱਤੇ ਬੈਠੇ ਨੇ, ਠੰਡੀਆਂ ਰਾਤਾਂ ਉਹਨਾਂ ਨੇ ਆਪਣੇ ਪਿੰਡੇ ਤੇ ਗੁਜ਼ਾਰੀਆਂ, ਖੁੱਲੇ ਅਸਮਾਨਾਂ ਦੇ ਥੱਲੇ ਬੈਠੇ ਨੇ। ਹੁਣ ਅੱਤ ਦੀ ਗਰਮੀ ਆਉਣੀ ਆ ਜਦੋਂ ਤਾਪਮਾਨ 50 ਦਰਜੇ ਦੇ ਨੇੜੇ ਤੇੜੇ ਪਹੁੰਚ ਜਾਂਦਾ ਹੈ। ਇਹ ਜਿਹੜੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਆ, ਜਿਹੜੀ ਇਹ ਕਹਿੰਦੀ ਹੈ ਕਿ ਮੈਂ ਕਿਸਾਨਾਂ ਦਾ ਭਲਾ ਕਰਨਾ ਹੈ, ਕਿਸਾਨ ਕਹਿੰਦੇ ਨੇ ਸਾਨੂੰ ਤੇਰੇ ਭਲੇ ਦੀ ਲੋੜ ਨਹੀਂ, ਜੋ ਸਿਸਟਮ ਚੱਲਦਾ ਉਹਨੂੰ ਚੱਲੀ ਜਾ। ਉਹਨਾਂ ਨੇ ਜਿਹੜੇ ਗਲਤ ਸਮੇਂ ਦੇ ਵਿੱਚ, ਜਿਵੇਂ ਕਹਿੰਦੇ ਵੇਲੇ ਦੇ ਰਾਗ, ਕਵੇਲੇ ਦੀਆਂ ਟੱਕਰਾਂ, ਇਹ ਜਿਹੜੀਆਂ ਕਵੇਲੇ ਦੀਆਂ ਟੱਕਰਾਂ ਨਰਿੰਦਰ ਮੋਦੀ ਦੀ ਸਰਕਾਰ ਮਾਰਦੀ ਹੈ, ਇਹ ਘਾਤਕ ਹੈ, ਗਲਤ ਹੈ, ਨਹੀਂ ਹੋਣਾ ਚਾਹੀਦਾ ਸੀ। ਰਾਜੇਵਾਲ ਸਾਹਿਬ, ਜਿਹੜੇ ਸਰਦਾਰ ਬਲਬੀਰ ਸਿੰਘ ਰਾਜੇਵਾਲ ਕਿਸਾਨ ਆਗੂ ਨੇ, ਉਹਨਾਂ ਨੇ ਕਿਹਾ, ਉਹਨਾਂ ਨੇ ਪਿਛਲੇ ਸਾਲ ਫਰਵਰੀ ਦੇ ਵਿੱਚ ਇੱਕ ਸਰਬ ਪਾਰਟੀ ਮੀਟਿੰਗ ਬੁਲਾਈ ਕਿ ਕੇਂਦਰ ਸਰਕਾਰਾਂ ਕਰਨ ਜਾ ਰਹੀ ਹੈ। ਇਹ ਜਿਹੜੀਆਂ ਸਰਕਾਰਾਂ ਚੁੱਪ ਕਰਕੇ ਦਮਗਜੇ ਬੜੇ ਮਾਰ ਕੇ ਆਏ, ਕਾਂਗਰਸ ਵਾਲੇ ਵੀ, ਅਕਾਲੀ ਦਲ ਵਾਲੇ ਵੀ, ਆਮ ਆਦਮੀ ਪਾਰਟੀ, ਸਾਰਿਆਂ ਨੇ ਦਮਗਜੇ ਮਾਰੇ, ਪਰ ਕੀਤਾ ਕੱਖ ਨਹੀਂ। ਜਦੋਂ ਮੀਟਿੰਗਾਂ ਦੇ ਵਿੱਚ ਤੁਸੀਂ ਇਹ ਕਿਹਾ ਵੀ ਤੁਸੀਂ ਸਾਰਾ ਕੁਝ ਹੀ ਬਦਲ ਲਓ ਪਰ ਮਖੌਟਾ ਇਹ ਰਹਿਣ ਦਿਓ, ਇਹ ਤਾਂ ਇਹਦਾ ਮਤਲਬ ਇਹਦੇ ਵਿੱਚ ਗਲਤਤਾ ਹੈ, ਤਾਂ ਹੀ ਤੁਸੀਂ ਕਹਿੰਦੇ ਹੋ ਨਾ ਸਾਰਾ ਕੁਝ ਬਦਲ ਲਓ। ਅਮਿਤ ਸ਼ਾਹ ਨੇ ਵੀ ਕਿਹਾ ਸਾਡੀ ਵੀ ਰਹਿਣ ਦਿਓ, ਤੁਸੀਂ ਵੀ ਆਪਦੀ ਉਹ ਕਰ ਲਓ। ਜਿਹੜੇ ਲੋਕਤੰਤਰ ਦੇ ਵਿੱਚ ਕੱਲਾ ਡੰਡਾ ਤੰਤਰ ਨਹੀਂ ਹੁੰਦਾ, ਕੱਲਾ ਇਹ ਨਹੀਂ ਹੈ ਕਿ ਅਸੀਂ ਜੋ ਕਹਤਾ ਉਹੀ ਹੋਵੇਗਾ। ਲੋਕਤੰਤਰ ਦੇ ਵਿੱਚ ਲੋਕਾਂ ਦੀ ਰਾਏ ਭਾਰੂ ਹੁੰਦੀ ਹੈ। ਜਿਹੜਾ ਦੇਸ਼ ਆਪਣੇ ਆਪ ਨੂੰ ਲੋਕਤੰਤਰ ਦਾ ਸਭ ਤੋਂ ਵੱਡਾ ਮਦਈ ਕਹਾਉਂਦਾ ਹੈ, ਉਸੇ ਦੇਸ਼ ਦੇ ਵਿੱਚ ਲੋਕਤੰਤਰ ਦਾ ਜਨਾਜ਼ਾ ਨਿਕਲ ਰਿਹਾ। ਜਦੋਂ ਇਸ ਵੱਡੀ ਪੱਧਰ ਦੇ ਉੱਤੇ ਕਿਸਾਨ ਸੜਕਾਂ ਤੇ ਬੈਠੇ ਹੋਣ ਤਾਂ ਜਿਹੜਾ ਹੁਕਮਰਾਨ ਹੈ ਉਹ ਅੰਧਾ ਤੇ ਬੋਲਾ ਹੋ ਜਾਵੇ, ਫਿਰ ਰੱਬ ਹੀ ਰੱਖਾ ਹੋਇਆ ਕਰਦਾ। ਤੋਂ ਵੱਡੀ ਗੱਲ ਉੱਥੇ ਇਹ ਸੀ ਕਿ ਮੇਨ ਇਹ ਪੂਰਵ ਜਿਹੜੀ ਮੰਗ ਹੈ ਉਹ ਰੱਖੀ ਗਈ ਕਿ ਹਲੇ ਤੱਕ ਸ਼ਹੀਦ ਭਗਤ ਸਿੰਘ ਨੂੰ, ਅਸੀਂ ਭਾਵੇਂ ਉਹਨਾਂ ਨੇ ਸ਼ਹੀਦ ਭਗਤ ਸਿੰਘ ਕਹਿੰਦੇ ਆ, ਪਰ ਸਰਕਾਰੀ ਤੌਰ ਤੇ ਉਹਨਾਂ ਨੂੰ ਸ਼ਹੀਦ ਦੀ ਪਦਵੀ ਹਲੇ ਤੱਕ ਨਹੀਂ ਦਿੱਤੀ ਗਈ। ਨਵਦੀਪ ਜੀ ਗੁਰਦਾਸ ਮਾਨ ਨੇ ਇੱਕ ਲਾਈਨਾਂ ਲਿਖੀਆਂ ਨੇ ਕਿ ਆਜ਼ਾਦੀ ਦੇ ਝੂਠੇ ਆਗੂ ਕੁਰਸੀ ਲੈ ਕੇ ਬਹਿ ਗਏ, ਰਾਜ ਗੁਰੂ ਸੁਖਦੇਵ ਭਗਤ ਸਿੰਘ ਫੁੱਲਾਂ ਜੋਗੇ। ਕੀ ਬਸੰਤੀ ਪੱਗਾਂ ਬੰਨਣ ਤੋਂ ਬਾਅਦ ਸਾਡੀ ਸੋਚ ਜਿਹੜੀ ਆ ਸ਼ਹੀਦੇ ਆਜਮ ਸਰਦਾਰ ਭਗਤ ਸਿੰਘ ਵਾਲੀ ਹੋ ਗਈ? ਸ਼ਹੀਦੇ ਆਜਮ ਦੀ ਸੋਚ ਤੇ ਪਹਿਰਾ ਦੇਣ ਦੀ ਲੋੜ ਆ, ਪਹਿਰਾਵਿਆਂ ਤੇ। ਅੱਜ ਜਦੋਂ ਇਸ ਦੇਸ਼ ਦਾ ਪ੍ਰਧਾਨ ਮੰਤਰੀ, ਜਦੋਂ ਉਹਦੇ ਤੇ ਇਹ ਦੋਸ਼ ਲੱਗਣ ਕਿ ਦਿਨ ਦੇ ਵਿੱਚ 58 ਝੂਠ ਬੋਲਦਾ ਹੈ, ਬੰਗਲਾਦੇਸ਼ ਦੇ ਵਿੱਚ ਗਿਆ, ਉਹ ਕਹਿੰਦਾ ਆਜ਼ਾਦੀ ਦੀ ਲੜਾਈ ਮੈਂ ਲੜੀ ਸੀ, ਮੈਂ ਨਾਲ ਸੀ ਉਸ ਵੇਲੇ, ਉਹਦਾ ਜਨਮ ਵੀ ਆਜ਼ਾਦੀ ਤੋਂ ਬਾਅਦ ਦਾ ਹੈ। 2022 ਦੀਆਂ ਚੋਣਾਂ ਦੇ ਮੱਦੇਨਜ਼ਰ ਵੱਡੇ ਬਿਆਨ ਦਿੰਦੀਆਂ ਨੇ ਅੰਦਰ ਖਾਤੇ ਬੈਠ ਕੇ ਕਿ ਅਸੀਂ ਆਪਣੇ ਕਿਸਾਨਾਂ ਦੇ ਨਾਲ ਆ, ਕਿਸਾਨਾਂ ਲਈ ਅਸੀਂ ਬਹੁਤ ਵੱਡੇ ਉਪਰਾਲੇ ਕਰ ਰਹੇ ਹਾਂ, ਤਾਂ ਉਹੀ ਕੇਂਦਰ ਸਰਕਾਰਾਂ ਦੀਆਂ ਚਮਚੀਆਂ ਬਣ ਕੇ ਬੈਠ ਜਾਂਦੀਆਂ ਨੇ। ਸਤਿ ਸ਼੍ਰੀ ਅਕਾਲ ਜੀ, ਮੈਂ ਨਵਦੀਪ ਧਾਲੀਵਾਲ, ਤੁਸੀਂ ਵੇਖ ਰਹੇ ਹੋ ਸਾਡਾ ਖਾਸ ਪ੍ਰੋਗਰਾਮ ਵਾਰ ਸਤਵਾਰ। ਇਹ ਪ੍ਰੋਗਰਾਮ ਹੈ ਜਿਹੜਾ ਹੁੰਦਾ ਹਫਤੇ ਦੇ ਵਿੱਚ ਇੱਕ ਦਿਨ ਅਸੀਂ ਲੈ ਕੇ ਆਉਂਦੇ ਹਾਂ ਪੂਰੇ ਹਫਤੇ ਭਰ ਦੀਆਂ ਸਰਗਰਮੀਆਂ, ਕਰਦੇ ਹਾਂ ਉਹਨਾਂ ਤੇ ਵਿਚਾਰ ਚਰਚਾ। ਸਾਰੀਆਂ ਉਹ ਸਰਗਰਮੀਆਂ ਹੁੰਦੀਆਂ ਨੇ ਜਿਸ ਦੇ ਲਈ ਤੁਸੀਂ ਉਤਸੁਕ ਹੁੰਦੇ ਹੋ ਕਿ ਇਸ ਖਬਰ ਬਾਬਤ ਤੁਹਾਨੂੰ ਹੋਰ ਜ਼ਿਆਦਾ ਵੱਧ ਨੌਲੇਜ ਹੋਵੇ, ਵਿਸਤਾਰ ਸਹਿਤ ਤੁਹਾਨੂੰ ਪਤਾ ਹੋਵੇ। ਇਸ ਲਈ ਅਸੀਂ ਉਹ ਸਾਰੀਆਂ ਗੱਲਾਂ, ਅਸੀਂ ਉਹ ਸਾਰੀਆਂ ਖਬਰਾਂ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰਦੇ ਹਾਂ ਤਾਂ ਕਿ ਸਾਡੇ ਦਰਸ਼ਕਾਂ ਨੂੰ ਭਰਪੂਰ ਜਾਣਕਾਰੀ ਦੇ ਸਕੀਏ ਤੇ ਉਹ ਹਰ ਗੱਲ ਤੋਂ ਵਾਕਿਫ ਹੋਣ। ਤੇ ਹੁਣ ਅਸੀਂ ਵਿਚਾਰ ਚਰਚਾ ਦੇ ਲਈ ਹਰ ਵਾਰ ਦੀ ਤਰ੍ਹਾਂ ਸਾਡੇ ਨਾਲ ਮੌਜੂਦ ਰਹਿੰਦੇ ਨੇ ਜਸਪਾਲ ਸਿੰਘ ਢਿੱਲੋਂ, ਉਹਨਾਂ ਦਾ ਸਵਾਗਤ ਕਰਾਂਗੇ। ਢਿੱਲੋਂ ਸਾਹਿਬ, ਸਵਾਗਤ ਤੁਹਾਡਾ। ਸ਼ੁਕਰੀਆ, ਮਿਹਰਬਾਨੀ ਜੀ, ਬਹੁਤ ਬਹੁਤ ਜੀ। ਸਾਡੇ ਸਾਰੇ ਦਰਸ਼ਕ ਜਾਣਦੇ ਨੇ ਕਿ ਢਿੱਲੋਂ ਸਾਹਿਬ ਉਹ ਸ਼ਖਸੀਅਤ ਨੇ ਜਿਹੜੇ ਹਰਦਮ ਫੀਲਡ ਦੇ ਵਿੱਚ ਰਹਿੰਦੇ ਨੇ, ਬਿਊਰੋ ਚੀਫ ਨੇ, ਹਰ ਖਬਰ ਤੇ ਤਿੱਖੀ ਨਜ਼ਰ ਰੱਖਦੇ ਨੇ। ਸਾਡੇ ਲਈ ਬਹੁਤ ਖਾਸ ਨੇ ਕਿਉਂਕਿ ਇਹ ਸਾਨੂੰ ਅੰਕੜਿਆਂ ਦੇ ਆਧਾਰਿਤ, ਤੱਥਾਂ ਤੇ ਆਧਾਰਿਤ ਜਿਹੜੀਆਂ ਖਬਰਾਂ ਨੇ ਉਹ ਦੱਸਦੇ ਨੇ। ਕਈ ਵਾਰੀ ਸਾਨੂੰ ਪਹਿਲਾਂ ਹੀ ਦੱਸ ਜਾਂਦੇ ਨੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਕੀ ਕੁਝ ਖਾਸ ਸਟੈਂਡਫਾਲ ਹੈ। ਇਸ ਲਈ ਅਸੀਂ ਚਾਹੁੰਦੇ ਹੁੰਦੇ ਹਾਂ ਕਿ ਇਹਨਾਂ ਨੂੰ ਹਰੇਕ ਪ੍ਰੋਗਰਾਮ ਦੇ ਵਿੱਚ ਇਨਵਾਈਟ ਕੀਤਾ ਜਾਵੇ ਤਾਂ ਕਿ ਤੁਹਾਨੂੰ ਸਾਰਿਆਂ ਨੂੰ ਵਿਸਤਾਰ ਸਹਿਤ ਸਾਰੀਆਂ ਖਬਰਾਂ ਬਾਰੇ ਜਾਣਕਾਰੀ ਹੋਵੇ। ਅੱਜ ਦੀਆਂ ਖਬਰਾਂ ਯਾਨੀ ਕਿ ਪੂਰੇ ਹਫਤੇ ਭਰ ਦੀਆਂ ਖਬਰਾਂ ਬਹੁਤ ਹੀ ਅਹਿਮ ਰਹੀਆਂ ਸਨ ਕਿਉਂਕਿ ਪਿਛਲੇ ਹਫਤੇ ਦੇ ਦੌਰਾਨ ਬਹੁਤ ਸਾਰੇ ਅਜਿਹੇ ਦਿਹਾੜੇ ਸਨ
ਜਿਨ੍ਹਾਂ ਦੀ ਬਣਾਉਣ ਦੀ ਜ਼ਰੂਰਤ ਹੈ। ਬੇਸ਼ੱਕ ਸਰਕਾਰਾਂ ਇਹਨਾਂ ਦਿਹਾੜਿਆਂ ਨੂੰ ਮੁਨਕਰ ਕਰ ਦਿੰਦੀਆਂ ਨੇ, ਖੋਲੇ ਕਰ ਦਿੰਦੀਆਂ ਨੇ, ਪਰ ਸਾਡਾ ਸਭ ਦਾ ਹੱਕ ਬਣਦਾ, ਸਾਡਾ ਸਭ ਦਾ ਫਰਜ਼ ਬਣਦਾ ਕਿ ਉਹਨਾਂ ਦਿਹਾੜਿਆਂ ਨੂੰ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਮਨਾਇਆ ਜਾਵੇ, ਸਾਡੇ ਨੌਜਵਾਨਾਂ ਨੂੰ ਉਤਸ਼ਾਹਿਤ ਕੀਤਾ ਜਾਵੇ। ਸੋ ਸਭ ਤੋਂ ਪਹਿਲਾਂ ਅਸੀਂ ਗੱਲ ਕਰਾਂਗੇ ਭਾਰਤ ਬੰਦ ਨੂੰ ਲੈ ਕੇ, ਕਿਉਂਕਿ ਪਿਛਲੇ 4 ਮਹੀਨਿਆਂ ਤੋਂ ਵੱਧ ਦਾ ਸਮਾਂ ਹੋ ਗਿਆ ਲਗਾਤਾਰ ਕਿਸਾਨ ਪ੍ਰਦਰਸ਼ਨ ਕਰ ਰਹੇ ਨੇ। 3 ਕਾਲੇ ਕਾਨੂੰਨਾਂ ਨੂੰ ਲੈ ਕੇ ਬਹੁਤ ਸਾਰੀਆਂ ਬੈਠਕਾਂ ਕੀਤੀਆਂ ਗਈਆਂ, ਬਹੁਤ ਸਾਰੀਆਂ ਗੱਲਾਂ ਬਾਤਾਂ ਕੀਤੀਆਂ ਗਈਆਂ, ਪਰ ਸਰਕਾਰ ਨੂੰ ਕੋਈ ਫਰਕ ਨਹੀਂ ਪਿਆ। ਜਦੋਂ ਵੀ ਸੰਯੁਕਤ ਮੋਰਚੇ ਵੱਲੋਂ ਕੋਈ ਨਵਾਂ ਐਲਾਨ ਕਰ ਦਿੱਤਾ ਜਾਂਦਾ, ਸਾਡੇ ਪ੍ਰਧਾਨ ਮੰਤਰੀ ਸਾਹਿਬ ਤਾਂ ਭਾਰਤ ਤੋਂ ਬਾਹਰ ਹੀ ਚਲੇ ਜਾਂਦੇ ਨੇ, ਆਪਣੇ ਹੋਰ ਸਮਾਗਮਾਂ ਦੇ ਵਿੱਚ ਹਿੱਸਾ ਪਾਉਣ ਲੱਗ ਜਾਂਦੇ ਨੇ। ਭਾਰਤ ਦੇ ਵਿੱਚ ਕੀ ਹੋ ਰਿਹਾ? ਦਿੱਲੀ ਦੇ ਵਿੱਚ ਸਰਕਾਰ ਹੈ, ਦਿੱਲੀ ਦੇ ਵਿੱਚ ਸੰਸਦ ਹੈ, ਦਿੱਲੀ ਦੇ ਵਿੱਚ ਉਹ ਬੈਠੇ ਨੇ, ਪਰ ਦਿੱਲੀ ਦੇ ਵਿੱਚ ਹੀ ਆਲੇ ਦੁਆਲੇ ਸਾਰੇ ਕਿਸਾਨ ਬੈਠੇ ਨੇ। ਪ੍ਰਧਾਨ ਮੰਤਰੀ ਸਾਹਿਬ ਨੂੰ ਕੋਈ ਫਰਕ ਨਹੀਂ ਪੈ ਰਿਹਾ, ਬੀਜੇਪੀ ਨੂੰ ਕੋਈ ਫਰਕ ਨਹੀਂ ਪੈ ਰਿਹਾ ਕਿ ਹਰ ਦਿਨ 4-4 ਲਾਸ਼ਾਂ ਘਰਾਂ ਨੂੰ ਵਾਪਸ ਜਾ ਰਹੀਆਂ ਨੇ, ਪਰ ਸਾਨੂੰ ਸਾਰਿਆਂ ਨੂੰ ਬਹੁਤ ਫਰਕ ਪੈਂਦਾ ਹੈ ਕਿਉਂਕਿ ਸਾਡੇ ਕਿਸਾਨ ਪਿਛਲੀਆਂ ਗਰਮੀਆਂ, ਸਾਰੀਆਂ ਸਰਦੀਆਂ ਤੇ ਹੁਣ ਫਿਰ ਤੁਸੀਂ ਦੇਖ ਰਹੇ ਹੋ ਕਿ ਮੀਂਹ ਵੀ ਲੰਘ ਗਏ, ਹਨੇਰੀਆਂ ਵੀ ਲੰਘ ਗਈਆਂ, ਹੁਣ ਹੋਰ ਜ਼ਿਆਦਾ ਜਿਹੜੀ ਗਰਮੀ ਆ ਉਹ ਆ ਰਹੀ ਹੈ। ਇਸ ਦੇ ਮੱਦੇਨਜ਼ਰ ਕਿ ਸ਼ਾਂਤੀ ਬਣਾ ਕੇ ਰੱਖੀ ਜਾਵੇ, ਸ਼ਾਂਤੀ ਬਣਾ ਕੇ ਰੱਖੀ ਜਾਵੇ। ਸਿਰਫ ਸ਼ਾਂਤੀ ਦੇ ਨਾਲ ਹੀ ਸਭ ਕੁਝ ਕਰਨ ਦੇ ਲਈ ਕਿਹਾ ਜਾ ਰਿਹਾ, ਵੇਖਣ ਦੇ ਲਈ ਕਿਹਾ ਜਾ ਰਿਹਾ ਵੀ ਸ਼ਾਇਦ ਸਰਕਾਰਾਂ ਸ਼ਾਂਤੀ ਦੇ ਨਾਲ ਹੀ ਮੰਨ ਜਾਣ, ਪਰ ਸਰਕਾਰਾਂ ਸਾਡੀਆਂ ਕਹਿਣਾ ਨਹੀਂ ਚਾਹੀਦਾ ਕਿ ਏਡੀਆਂ ਬੇਸ਼ਰਮ ਹੋ ਗਈਆਂ ਨੇ ਕਿ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ। ਸਿਰਫ ਬਾਹਰਲੇ ਮੁਲਕਾਂ ਤੋਂ ਜਿਹੜੇ ਵੀ ਆਉਂਦੇ ਨੇ ਉਹਨਾਂ ਦਾ ਬਹੁਤ ਵਧੀਆ ਤਰੀਕੇ ਨਾਲ ਅਦਬ ਸਤਿਕਾਰ ਕੀਤਾ ਜਾਂਦਾ ਹੈ, ਪਰ ਉਹ ਲੋਕ ਜਿਨ੍ਹਾਂ ਨੇ ਤੁਹਾਨੂੰ ਵੋਟਾਂ ਦਿੱਤੀਆਂ, ਉਹ ਲੋਕ ਜਿਹੜੇ ਤੁਹਾਡੇ ਦੇਸ਼ ਦੀ ਤਰੱਕੀ ਦੇ ਲਈ ਆਪਣਾ ਅਹਿਮ ਯੋਗਦਾਨ ਪਾ ਰਹੇ ਨੇ, ਉਹਨਾਂ ਬਾਰੇ ਸਾਡੀਆਂ ਭਾਰਤ ਦੀਆਂ ਸਰਕਾਰਾਂ ਕੁਝ ਵੀ ਨਹੀਂ ਸੋਚ ਰਹੀਆਂ। ਜਿਸ ਚੀਜ਼ ਦੇ ਮੱਦੇਨਜ਼ਰ 26 ਮਾਰਚ ਭਾਰਤੀ ਸਮੇਂ ਦੇ ਮੁਤਾਬਿਕ ਕੱਲ ਦਾ ਦਿਨ ਬਹੁਤ ਅਹਿਮ ਰਿਹਾ। ਸਾਰੇ ਲੋਕਾਂ ਨੇ ਭਾਰਤ ਬੰਦ ਨੂੰ ਆਪਣਾ ਸਮਰਥਨ ਦਿੱਤਾ। 1-2 ਦਿਨ ਪਹਿਲਾਂ ਤੋਂ ਹੀ ਇਸ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਸਨ। 1-2 ਦਿਨ ਤੋਂ ਹੀ ਸਾਰੇ ਨੌਜਵਾਨਾਂ ਨੇ ਆਪਣੇ ਵਹੀਕਲ ਤੇ, ਭਾਵੇਂ ਟਰੈਕਟਰ ਸੀ, ਭਾਵੇਂ ਜੀਪਾਂ ਸੀ, ਭਾਵੇਂ ਕੁਝ ਵੀ ਸੀਗਾ, ਉਹਨਾਂ ਤੇ ਅਨਾਉਂਸਮੈਂਟ ਕਰਨੀ ਸ਼ੁਰੂ ਕਰ ਦਿੱਤੀ ਸੀ ਵੀ ਸਾਰਿਆਂ ਨੂੰ ਹੱਥ ਬੰਨ੍ਹ ਕੇ ਬੇਨਤੀ ਹੈ, ਸਾਰੀ ਸਪਲਾਈ ਬੰਦ ਕੀਤੀ ਜਾਵੇਗੀ। ਭਾਵੇਂ ਦੁੱਧ ਦੀ ਸਪਲਾਈ ਹੈ, ਸਬਜ਼ੀਆਂ ਦੀ ਹੈ ਜਾਂ ਹੋਰ ਸਪਲਾਈਆਂ ਨੇ, ਸਾਰੀਆਂ ਦੁਕਾਨਾਂ ਬੰਦ ਰਹਿਣਗੀਆਂ। ਕਿਰਪਾ ਕਰਕੇ ਆਪਣਾ 1 ਦਿਨ ਦਾ ਸਾਰਾ ਸਮਾਨ 1 ਦਿਨ ਪਹਿਲਾਂ ਹੀ ਲੈ ਲਿਆ ਜਾਵੇ। ਸੋ ਕੀ ਕੁਝ ਹੋਰ ਖਾਸ ਰਿਹਾ, ਇਸ ਬਾਬਤ ਅਸੀਂ ਵਧਾਂਗੇ ਢਿੱਲੋਂ ਸਾਹਿਬ ਵੱਲ। ਢਿੱਲੋਂ ਸਾਹਿਬ, ਤੁਹਾਡਾ ਕੀ ਕਹਿਣਾ? ਦੇਖੋ ਨਵਦੀਪ ਜੀ, ਗੱਲ ਇਹ ਹੈਗੀ ਹੈ ਕਿ ਕਿਸਾਨ ਜਥੇਬੰਦੀਆਂ ਦਾ ਜਿਹੜਾ ਸੰਯੁਕਤ ਕਿਸਾਨ ਮੋਰਚਾ ਹੈ, ਉਹਨਾਂ ਨੇ ਲਗਾਤਾਰ ਪ੍ਰੋਗਰਾਮ ਆਪੋ ਆਪਣੇ ਜਿਹੜੇ ਹੈ ਉਹ ਦਿੱਤੇ ਹੋਏ ਨੇ। ਜਿਸ ਤਰ੍ਹਾਂ ਉਹਨਾਂ ਨੇ ਪਹਿਲਾਂ ਵੀ ਬੰਦ ਦੀ ਕਾਲ ਦਿੱਤੀ ਸੀ, ਸ਼ਹੀਦੀ ਆਜ਼ਮ ਸਰਦਾਰ ਭਗਤ ਸਿੰਘ ਦਾ ਸ਼ਹੀਦੀ ਦਿਹਾੜਾ ਮਨਾਉਣਾ ਹੈ। ਇਸ ਤੋਂ ਇਲਾਵਾ ਤੁਹਾਨੂੰ ਯਾਦ ਹੋਣਾ ਕਿ 8 ਮਾਰਚ ਨੂੰ ਵਿਸ਼ਵ ਨਾਰੀ ਦਿਵਸ ਵੀ ਸਰਹੱਦਾਂ ਦੇ ਉੱਤੇ ਮਨਾਇਆ ਗਿਆ ਸੀ। ਇਸੇ ਤਰ੍ਹਾਂ ਉਹਨਾਂ ਨੇ ਹੋਰ ਕਈ ਪ੍ਰੋਗਰਾਮ ਉਲੀਕੇ ਸਨ, ਜਿਹਦੇ ਵਿੱਚੋਂ ਇਹ ਪ੍ਰੋਗਰਾਮ ਜਿਹੜਾ 26 ਮਾਰਚ, ਕਿਉਂ 26 ਨਵੰਬਰ ਨੂੰ ਪਹਿਲੀ ਵਾਰ ਕਿਸਾਨ ਜਿਹੜੇ ਹੈ ਉਹ ਦਿੱਲੀ ਦੀਆਂ ਹੱਦਾਂ ਤੇ ਜਾ ਕੇ ਬੈਠੇ ਸਨ ਜੀ, ਔਰ 26 ਮਾਰਚ ਨੂੰ ਉਹਨਾਂ ਦੇ 4 ਮਹੀਨੇ ਪੂਰੇ ਹੋ ਗਏ ਉੱਥੇ ਬੈਠਿਆਂ ਨੂੰ, ਤੇ ਲਗਭਗ 2 ਮਹੀਨੇ ਉਹ ਪੰਜਾਬ ਦੀਆਂ ਸੜਕਾਂ ਤੇ ਬੈਠੇ ਰਹੇ, ਰੇਲਾਂ ਦੇ ਟਰੈਕਾਂ ਤੇ ਬੈਠੇ ਰਹੇ ਜੀ। ਸੋ ਇਸ ਕੜੀ ਦੇ ਵਿੱਚੋਂ ਉਹਨਾਂ ਨੇ ਜਿੱਥੇ ਸਮੁੱਚੇ ਭਾਰਤ ਬੰਦ ਦਾ ਸੱਦਾ ਦਿੱਤਾ, ਉੱਥੇ ਉਹਨਾਂ ਨੇ ਹੱਥ ਜੋੜ ਕੇ ਵੱਖ-ਵੱਖ ਲੋਕਾਂ ਨੂੰ ਬੇਨਤੀਆਂ ਵੀ ਕੀਤੀਆਂ ਕਿ ਅਸੀਂ ਕੋਈ ਖੁਸ਼ੀ ਨਾਲ ਨਹੀਂ ਇਹ ਸਾਰਾ ਕੁਝ ਮਨਾ ਰਹੇ, ਸਾਨੂੰ ਮਨਾਉਣਾ ਪੈ ਰਿਹਾ। ਉਹਨਾਂ ਨੇ ਜਿਹੜਾ ਸੱਦਾ ਦਿੱਤਾ ਸੀ ਨਵਦੀਪ, ਉਹਦੇ ਵਿੱਚ ਉਹਨਾਂ ਨੇ ਇਹ ਕਿਹਾ ਸੀ ਕਿ ਇੱਕ ਤਾਂ ਜਿਹੜੀ ਇਹ ਫੌਜੀ ਵਾਹਨ ਨੇ, ਪੁਲਿਸ ਦੇ ਵਾਹਨ ਨੇ, ਇਸੇ ਤਰ੍ਹਾਂ ਐਂਬੂਲੈਂਸਾਂ ਨੇ, ਬਰਾਤਾਂ ਨੇ, ਕੋਈ ਬਿਮਾਰ ਜਾ ਰਿਹਾ ਹੈ, ਕਿਸੇ ਨੇ ਕੋਈ ਵੀਜ਼ੇ ਵਾਸਤੇ ਜਾਂ ਕੋਈ ਹੋਰ ਟਾਈਮ ਲਿਆ, ਕੋਈ 에ਅਰਪੋਰਟ ਨੂੰ ਜਾ ਰਿਹਾ, ਉਹਨਾਂ ਲੋਕਾਂ ਨੂੰ ਇਹਦੇ ਵਿੱਚ ਛੋਟ ਰਹੇਗੀ। ਹਾਲਾਂਕਿ ਕਈ ਥਾਵਾਂ ਦੇ ਉੱਤੇ ਇਹਦੇ ਵਿੱਚ ਤਕਰਾਰਬਾਜ਼ੀ ਵੀ ਹੋਈ ਹੈ। 1-2 ਘਟਨਾਵਾਂ ਇਸ ਤਰ੍ਹਾਂ ਦੀਆਂ ਵੀ ਪਤਾ ਲੱਗੀਆਂ ਨੇ ਕਿ ਵਾਹ ਵਰਦੀ ਪੁਲਿਸ ਕਰਮਚਾਰੀਆਂ ਨੂੰ ਰੋਕਣ ਦਾ ਯਤਨ ਹੋਇਆ, ਇੱਕ ਆਪਣੇ ਜ਼ਿਲ੍ਹੇ 'ਚ ਵੀ ਹੋਇਆ। ਤਾਂ ਉਹਨਾਂ ਨੇ ਜਦੋਂ ਦੱਸਿਆ ਵੀ ਅਸੀਂ ਤਾਂ ਆਪਣੀ ਡਿਊਟੀ ਚੱਲੇ ਹਾਂ। ਸਰਕਾਰਾਂ ਦਾ ਕੰਮ ਇਹ ਹੈਗਾ, ਊਂ ਤਾਂ ਸਰਕਾਰਾਂ ਨਿੱਕਾ ਜਿਹਾ ਕੋਈ ਮਰ ਜਾਵੇ ਉਹਦੀ ਬੰਦ ਕਰ ਦਿੰਦੇ ਨੇ। ਇੱਕ ਪਾਸੇ ਕਹਿੰਦੇ ਆ ਵੀ ਅਸੀਂ ਕਿਸਾਨਾਂ ਦੇ ਨਾਲ, ਹਮਾਇਤ ਹੈ ਸਾਡੀ ਕਿਸਾਨੀ ਨੂੰ ਪੂਰੀ, ਤੇ ਕੱਲ ਦਫ਼ਤਰ ਲਾ ਕੇ ਰੱਖ ਲਏ। ਜਦੋਂ ਸਾਰਾ ਭਾਰਤ ਬੰਦ ਕਰ ਦਿੱਤਾ, ਮੋਰੀ ਭੂਮਿਕਾ ਪੰਜਾਬ ਦਾ ਕਿਸਾਨ ਨਿਭਾ ਰਿਹਾ ਹੈ। ਜਦੋਂ ਪੰਜਾਬ ਦੇ ਕਿਸਾਨ ਦੇ ਸੱਦੇ ਦੇ ਉੱਤੇ ਕਿਸੇ ਨੇ ਜਾਣਾ ਹੀ ਨਹੀਂ, ਤਾਂ ਦਫ਼ਤਰਾਂ ਦੇ ਵਿੱਚ ਤੁਸੀਂ ਉਹਨਾਂ ਨੂੰ ਕਰਮਚਾਰੀਆਂ ਨੂੰ ਬਹਾ ਕੇ ਖੱਟਿਆ ਕੀ? ਕਿਉਂ ਉਹਨਾਂ ਨੂੰ ਉੱਥੇ
ਸੱਦਿਆ ਗਿਆ ਜਦੋਂ ਕਿਸੇ ਨੇ ਜਾਣਾ ਹੀ ਨਹੀਂ, ਬੰਦ ਕਰਕੇ ਕੋਈ ਗਿਆ ਹੀ ਨਹੀਂ ਹੈਗਾ। ਭਾਵ ਇਹ ਸਰਕਾਰਾਂ ਜੋ ਕੁਝ ਕਰਦੀਆਂ ਨੇ ਪੁੱਠੇ ਕੰਮਾਂ ਵਾਲੇ ਪਾਸੇ ਨੂੰ ਕਰਦੀਆਂ ਨੇ। ਇੱਕ ਪਾਸੇ ਕਹਿਣਾ ਕਿ ਸਾਡੀਆਂ ਹਮਾਇਤਾਂ ਨੇ, ਦੂਜੇ ਪਾਸੇ ਇਸ ਦਿਨ ਦਫ਼ਤਰ ਲਗਾ ਕੇ ਰੱਖਣਾ। ਕੋਈ ਇੱਕ ਦਿਨ ਜਿਵੇਂ ਅੱਜ ਸ਼ਨੀਵਾਰ ਹੈ, ਉਹਦੀ ਥਾਂ ਦੇ ਉੱਤੇ ਅੱਜ ਵਾਸਤੇ ਕਹਿ ਦਿੱਤਾ ਜਾਂਦਾ ਕਿ ਸ਼ਨੀਵਾਰ ਨੂੰ ਸ਼ੁੱਕਰਵਾਰ ਦੀ ਤੁਹਾਨੂੰ ਛੁੱਟੀ, ਸ਼ਨੀਵਾਰ ਨੂੰ ਦਫ਼ਤਰ ਲਾਇਆ ਜਾਵੇਗਾ, ਕਿਉਂਕਿ ਬਹੁਤ ਸਾਰੇ ਦਫ਼ਤਰ ਸ਼ਨੀਵਾਰ ਨੂੰ ਨਹੀਂ ਲੱਗਦੇ, ਛੁੱਟੀ ਹੁੰਦੀ ਹੈ। ਸੋ ਇਸ ਤਰ੍ਹਾਂ ਦਾ ਜਿੱਥੇ ਜਿੱਥੇ ਵੀ ਧਰਨੇ ਦਿੱਤੇ ਗਏ, ਉਹਨਾਂ ਧਰਨਿਆਂ ਦੇ ਉੱਤੇ ਭਰਵੇਂ ਇਕੱਠ ਹੋਏ। ਸਾਰੇ ਜਿਹੜੇ ਤਕਰੀਬਨ ਮੈਂ ਕੱਲ ਸਾਰਾ ਦਿਨ ਹੀ ਬਾਜ਼ਾਰ 'ਚ ਘੁੰਮਦੇ ਰਹੇ ਹਾਂ, ਦੇਖਿਆ ਕਿ ਬਹੁਤ ਘੱਟ 100 ਚੋਂ ਇੱਕ ਅੱਧੀ ਦੁਕਾਨ, ਉਹ ਵੀ ਕਿਸੇ ਸਿਰ ਫਿਰੇ ਨੇ ਜਿਹਨੂੰ ਸ਼ਾਇਦ ਪਤਾ ਨਹੀਂ ਮਤਲਬ ਲਾਲਚ ਜ਼ਿਆਦਾ ਬਸ ਪਿਆ ਹੋਵੇਗਾ, ਉਹੇ ਜਿਹੇ ਲੋਕਾਂ ਦੀ ਇੱਕ ਅੱਧੀ ਦੁਕਾਨ ਖੁੱਲੀ ਸੀ, ਨਹੀਂ ਦੁਕਾਨਾਂ ਸਾਰੀਆਂ ਬੰਦ ਸਨ ਜੀ। ਬੰਦ ਦੀ ਉਹਨਾਂ ਨੇ ਹਮਾਇਤ ਕੀਤੀ, ਪਰ ਸ਼ਰਾਬ ਦੇ ਠੇਕੇ ਸਾਰੇ ਦੁਪਹਿਰ ਨੂੰ ਖੁੱਲ ਗਏ ਸਨ। ਇੱਕ ਪਾਸੇ ਅਸੀਂ ਬੰਦ ਦੀ ਹਮਾਇਤ ਕਰਦੇ ਹਾਂ, ਸਰਕਾਰੀ ਦਫ਼ਤਰ ਲਗਾ ਲਏ, ਸ਼ਰਾਬ ਦੇ ਠੇਕੇ ਖੋਲ੍ਹਤੇ। ਜਦੋਂ ਸ਼ਾਮ ਦੇ 6 ਵਜੇ ਤਾਂ ਤਕਰੀਬਨ ਸਾਰੇ ਹੀ ਬਾਜ਼ਾਰ ਉਸ ਵੇਲੇ ਖੁੱਲ ਗਏ, ਔਰ ਲੋਕਾਂ ਨੇ ਕੁਝ ਕੁ ਨੂੰ ਛੱਡ ਕੇ ਕੁਝ ਥਾਵਾਂ ਤੋਂ ਆਈਆਂ ਕਿ ਅਸੀਂ ਤਾਂ ਜੀ ਬੜੇ ਔਖੇ ਆਂ, ਸਾਡੀ ਗੱਲ ਸਮਝਣੀ ਚਾਹੀਦੀ ਹੈ। ਤੇ ਜਿਹੜਾ ਕਿਸਾਨ ਇਹੋ ਜਿਹੇ ਸੱਦੇ ਦਿੰਦਾ ਉਹ ਸੌਖਾ ਹੈ? ਉਹ 4 ਮਹੀਨੇ ਤੁਸੀਂ ਤਾਂ ਘਰਾਂ ਦੇ ਵਿੱਚ ਬੈਠੇ ਹੋ, ਉਹ 4 ਮਹੀਨੇ ਉੱਥੇ ਹੱਦਾਂ ਦੇ ਉੱਤੇ ਬੈਠੇ ਨੇ। ਠੰਡੀਆਂ ਰਾਤਾਂ ਉਹਨਾਂ ਨੇ ਆਪਣੇ ਪਿੰਡੇ ਤੇ ਗੁਜ਼ਾਰੀਆਂ, ਖੁੱਲੇ ਅਸਮਾਨਾਂ ਦੇ ਥੱਲੇ ਬੈਠੇ ਨੇ। ਹੁਣ ਅੱਤ ਦੀ ਗਰਮੀ ਆਉਣੀ ਆ, ਜਦੋਂ ਤਾਪਮਾਨ 50 ਦਰਜੇ ਦੇ ਨੇੜੇ ਤੇੜੇ ਪਹੁੰਚ ਜਾਂਦਾ ਹੈ, ਜਦੋਂ ਤਾਪਮਾਨ 45 ਦਰਜੇ ਸੈਂਟੀਗ੍ਰੇਡ ਨੂੰ ਪਾਰ ਕਰ ਜਾਂਦਾ ਹੈ, ਤਾਂ ਉਸ ਵੇਲੇ ਕਾਫੀ ਦੁੱਖ ਤਕਲੀਫ ਹੁੰਦੀ ਹੈ। ਕਿਉਂਕਿ 37 ਦਰਜੇ ਸੈਂਟੀਗ੍ਰੇਡ 98.2 ਡਿਗਰੀ ਫਾਰਨਹੀਟ ਇਹ ਸਾਡੇ ਸਰੀਰ ਦਾ ਤਾਪਮਾਨ ਹੈ। ਜੇ ਤਾਪਮਾਨ ਉਸ ਤੋਂ ਵੱਧ ਹੈ, ਜੇ 37-38 ਦਰਜੇ ਸੈਂਟੀਗ੍ਰੇਡ ਦੇ ਵਿੱਚ ਰਹਿੰਦਾ ਹੈ, ਤੇ ਜਦੋਂ 45-46 ਡਿਗਰੀ ਤਾਪਮਾਨ ਹੁੰਦਾ ਹੈ ਤਾਂ ਉਸ ਨੂੰ ਅੱਤ ਦੀ ਗਰਮੀ। ਰਾਜਸਥਾਨ ਦੇ ਕਈ ਖੇਤਰ ਇਹੋ ਜਿਹੇ ਨੇ ਜਿੱਥੇ 50-52 ਤੱਕ ਵੀ ਤਾਪਮਾਨ ਚੱਲ ਜਾਂਦਾ ਹੈ। ਭਾਵੇਂ ਤਾਪਮਾਨ ਕਿਉਂ ਵਧਣ ਲੱਗਿਆ, ਇਹਦੇ ਲਈ ਸਾਰੇ ਦਾ ਸਾਰਾ ਜਿਹੜੀ ਜ਼ਿੰਮੇਵਾਰੀ ਉਹ ਮਨੁੱਖ ਤੇ ਹੈ, ਕਿਉਂਕਿ ਅਸੀਂ ਦਰਖਤ ਵੱਢਤੇ। ਪੰਜਾਬ ਉਹ ਰਾਜ ਹੈ ਜਿਹਦੇ ਵਿੱਚ 4% ਦਰਖਤ ਰਹਿ ਗਏ ਨੇ, ਔਰ ਅਸੀਂ ਲਗਾਤਾਰ ਕੁਹਾੜਾ ਦਰਖਤਾਂ ਦੇ ਉੱਤੇ ਚਲਾਉਂਦੇ ਜਾ ਰਹੇ ਹਾਂ। ਇਸ ਕਰਕੇ ਤਾਪਮਾਨ ਵੱਧਦਾ ਹੈਗਾ। ਜਲਵਾਯੂ ਦੇ ਵਿੱਚ ਵੀ ਫਰਕ ਪਿਆ ਹੈਗਾ, ਉਹ ਵੀ ਜਿਹੜਾ ਹੈਗਾ ਓਜ਼ੋਨ ਜਿਹੜੀ ਪਰਤ ਹੈ ਉਹਦੇ ਤੇ ਉੱਤੇ ਵੀ ਅਸਰ ਪਿਆ ਹੈਗਾ। ਸੋ ਮੇਰੇ ਕਹਿਣ ਦਾ ਮਤਲਬ ਕਿ ਕੱਲ ਜਦੋਂ ਕਿਸਾਨਾਂ ਨੇ ਇਹ ਸੱਦੇ ਦਿੱਤੇ, ਨਾਲ ਜਿੱਥੇ ਜਿੱਥੇ ਕੋਈ ਰਾਹਗੀਰ ਆ ਕੇ ਰੁਕੇ, ਇੱਕ ਹਰਿਆਣੇ ਦਾ ਡਿਪਟੀ ਸੁਪਰਡੈਂਟ ਜੇਲ੍ਹ, ਉਹਨੂੰ ਵੀ ਕਿਤੇ ਰਸਤੇ 'ਚ ਰੋਕਿਆ ਗਿਆ। ਉਹ ਕਹਿੰਦਾ ਮੈਂ ਬਾਵਰਦੀ ਆ, ਮੈਨੂੰ ਨਹੀਂ ਜਾਣ ਦਿੱਤਾ ਜਾ ਰਿਹਾ। ਲੇਕਿਨ ਉੱਥੇ ਸਾਰੇ ਥਾਵਾਂ ਦੇ ਉੱਤੇ ਲੰਗਰ ਦੇ ਪ੍ਰਬੰਧ ਸਨ, ਚਾਹ ਦੇ ਪ੍ਰਬੰਧ ਸਨ, ਪਾਣੀ ਦੇ ਪ੍ਰਬੰਧ ਸਨ, ਨਾਲ ਹੱਥ ਜੋੜੇ ਜਾ ਰਹੇ ਸਨ। ਕਈ ਥਾਵਾਂ ਦੇ ਉੱਤੋਂ ਗੱਲਾਂ ਬੇਲਗਾਮ ਵੀ ਹੋ ਜਾਂਦੀਆਂ ਨੇ, ਕਿਉਂਕਿ ਜਦੋਂ ਐਡਾ ਵੱਡਾ ਹਜੂਮ ਇਕੱਠਾ ਹੋ ਕੇ ਬੈਠਾ ਹੋਵੇ, ਉੱਥੇ ਅਨੁਸ਼ਾਸਨ ਨਹੀਂ ਰਹਿੰਦਾ। ਪਰ ਇਹਦੇ ਬਾਵਜੂਦ ਵੀ ਜੇ 90% ਅਨੁਸ਼ਾਸਨ ਰਿਹਾ ਤਾਂ ਇਹਦੇ ਵਿੱਚ ਕਿਸਾਨਾਂ ਦੀ ਪ੍ਰਾਪਤੀ ਉਹ ਦੱਸੀ ਜਾਂਦੀ ਹੈ। 5-10% ਤਾਂ ਜਿਹੜੀਆਂ ਛੋਟੀਆਂ ਮੋਟੀਆਂ ਘਟਨਾਵਾਂ ਨੇ ਉਹ ਰੂਟੀਨ ਦੇ ਵਿੱਚ ਵੀ ਵਾਪਰ ਜਾਂਦੀਆਂ ਨੇ, ਇੱਥੇ ਵੀ ਵਾਪਰੀਆਂ ਨੇ। ਸੋ ਮੇਰੇ ਕਹਿਣ ਦਾ ਮਤਲਬ ਇਹ ਹੈਗਾ ਕਿ ਕੱਲ ਜਿਹੜਾ ਕਿਸਾਨਾਂ ਨੇ ਐਡਾ ਵੱਡਾ ਬੰਦ ਕਰਾਇਆ, ਤਾਂ ਲੋਕਾਂ ਨੇ ਪੰਜਾਬ ਹਰਿਆਣਾ ਦੇ ਵਿੱਚ ਤਾਂ ਇਹ ਮੁਕੰਮਲ ਬੰਦ ਸੀ। ਹੋਰਨਾਂ ਥਾਵਾਂ ਦੇ ਉੱਤੋਂ ਵੀ ਲੋਕਾਂ ਨੇ ਕਿਸਾਨਾਂ ਨੂੰ ਸਮਰਥਨ ਦਿੱਤਾ। ਇਹ ਜਿਹੜੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਆ, ਜਿਹੜੀ ਇਹ ਕਹਿੰਦੀ ਹੈ ਕਿ ਮੈਂ ਕਿਸਾਨਾਂ ਦਾ ਭਲਾ ਕਰਨਾ ਹੈ, ਕਿਸਾਨ ਕਹਿੰਦੇ ਨੇ ਸਾਨੂੰ ਤੇਰੇ ਭਲੇ ਦੀ ਲੋੜ ਨਹੀਂ, ਜੋ ਸਿਸਟਮ ਚੱਲਦਾ ਉਹਨੂੰ ਚੱਲੀ ਜਾਣ ਦੇ। ਤੇ ਜੇ ਸੁਧਾਰ ਕਰਨਾ ਤਾਂ ਜਿਹੜਾ ਸਿਸਟਮ ਚੱਲਦਾ ਉਹਦੇ ਵਿੱਚ ਸੁਧਾਰ ਕਰ ਲਓ। ਇਹ ਕਰੋਨਾ ਮਹਾਮਾਰੀ ਦੇ ਵਿੱਚ ਨਰਿੰਦਰ ਮੋਦੀ ਨੂੰ ਕਿਹੜੇ ਜੋਤਸ਼ੀ ਨੇ ਦੱਸਿਆ ਸੀਗਾ ਕਿ ਤੂੰ ਇਹ ਕਾਨੂੰਨ ਪਾਸ ਕਰ ਦੇ? ਕਿਉਂ? ਸੋ ਉਹਨਾਂ ਨੇ ਜਿਹੜੇ ਗਲਤ ਸਮੇਂ ਦੇ ਵਿੱਚ, ਜਿਵੇਂ ਕਹਿੰਦੇ ਵੇਲੇ ਦੇ ਰਾਗ, ਕਵੇਲੇ ਦੀਆਂ ਟੱਕਰਾਂ, ਇਹ ਜਿਹੜੀਆਂ ਕਵੇਲੇ ਦੀਆਂ ਟੱਕਰਾਂ ਨਰਿੰਦਰ ਮੋਦੀ ਦੀ ਸਰਕਾਰ ਮਾਰਦੀ ਹੈ, ਇਹ ਘਾਤਕ ਹੈ, ਗਲਤ ਹੈ, ਨਹੀਂ ਹੋਣਾ ਚਾਹੀਦਾ ਸੀ। ਜੇ ਤੁਸੀਂ ਕੋਈ ਚੀਜ਼ ਲਾਗੂ ਕਰਨੀ ਹੈ,
ਜਦੋਂ ਤੋਂ ਨੀਤੀ ਆਯੋਗ ਦੀ ਜਿਹੜੀ ਮੀਟਿੰਗ ਸੀ ਉਹਦੇ ਵਿੱਚ ਰਾਜੇਵਾਲ ਸਾਹਿਬ ਜਿਹੜੇ ਸਰਦਾਰ ਬਲਬੀਰ ਸਿੰਘ ਰਾਜੇਵਾਲ ਕਿਸਾਨ ਆਗੂ ਨੇ, ਉਹਨਾਂ ਨੇ ਕਿਹਾ, ਉਹਨਾਂ ਨੇ ਪਿਛਲੇ ਸਾਲ ਫਰਵਰੀ ਦੇ ਵਿੱਚ ਇੱਕ ਸਰਬ ਪਾਰਟੀ ਮੀਟਿੰਗ ਬੁਲਾਈ ਕਿ ਕੇਂਦਰ ਸਰਕਾਰਾਂ ਕਰਨ ਜਾ ਰਹੀ ਹੈ। ਇਹ ਜਿਹੜੀਆਂ ਸਰਕਾਰਾਂ ਚੁੱਪ ਕਰਕੇ ਦਮਗਜੇ ਬੜੇ ਮਾਰ ਕੇ ਆਏ, ਕਾਂਗਰਸ ਵਾਲੇ ਵੀ, ਅਕਾਲੀ ਦਲ ਵਾਲੇ ਵੀ, ਆਮ ਆਦਮੀ ਪਾਰਟੀ, ਸਾਰਿਆਂ ਨੇ ਦਮਗਜੇ ਮਾਰੇ ਪਰ ਕੀਤਾ ਕੱਖ ਨਹੀਂ। ਜੇ ਸਮੇਂ ਸਿਰ ਇਹ ਜਾਗੇ ਹੁੰਦੇ ਤਾਂ ਸ਼ਾਇਦ ਇਹ ਬਿੱਲ ਨਾ ਆਉਂਦੇ। ਚੰਗਾ ਤਾਂ ਇਹ ਸੀ ਕਿ ਜਦੋਂ ਇਹ ਬਿੱਲ ਲਿਆਂਦੇ ਗਏ ਸੀ ਤਾਂ ਜਿਨ੍ਹਾਂ ਤੇ ਤੁਸੀਂ ਲਾਗੂ ਕਰਨੇ ਨੇ ਕਿਸਾਨਾਂ ਤੇ, ਉਹਨਾਂ ਕਿਸਾਨਾਂ ਦੀ ਗੱਲ ਵੀ ਸੁਣੀ ਜਾਂਦੀ, ਉਹਨਾਂ ਦੇ ਆਗੂਆਂ ਨਾਲ ਬੈਠ ਕੇ ਗੱਲ ਕੀਤੀ ਜਾਂਦੀ। ਅੱਜ ਵੀ ਇਸ ਗੱਲ ਦੀ ਕੀ ਅੜੀ ਹੈ, ਜੇ ਸਵੇਰ ਦਾ ਭੁੱਲਿਆ ਸ਼ਾਮ ਨੂੰ ਘਰੇ ਆ ਜਾਵੇ ਤਾਂ ਉਹਨੂੰ ਭੁੱਲਿਆ ਨਹੀਂ ਕਹਿੰਦੇ। ਜੇ ਲੱਗਦਾ ਜਦੋਂ ਮੀਟਿੰਗਾਂ ਦੇ ਵਿੱਚ ਤੁਸੀਂ ਇਹ ਕਿਹਾ ਵੀ ਤੁਸੀਂ ਸਾਰਾ ਕੁਝ ਹੀ ਬਦਲ ਲਓ ਪਰ ਮਖੌਟਾ ਇਹ ਰਹਿਣ ਦਿਓ, ਇਹ ਤਾਂ ਇਹਦਾ ਮਤਲਬ ਇਹਦੇ ਵਿੱਚ ਗਲਤਤਾ ਹੈ, ਤਾਂ ਹੀ ਤੁਸੀਂ ਕਹਿੰਦੇ ਹੋ ਨਾ ਸਾਰਾ ਕੁਝ ਬਦਲ ਲਓ। ਅਮਿਤ ਸ਼ਾਹ ਨੇ ਵੀ ਕਿਹਾ ਸਾਡੀ ਵੀ ਰਹਿਣ ਦਿਓ, ਤੁਸੀਂ ਵੀ ਆਪਦੀ ਉਹ ਕਰ ਲਓ। ਸੋ ਅਜੇ ਵੀ ਡੁੱਲੇ ਵੇਰਾ ਦਾ ਕੁਝ ਨਹੀਂ ਵਿਗੜਿਆ ਹੈਗਾ, ਤੁਸੀਂ ਇਹਨਾਂ ਨੂੰ ਇੱਕ ਵਾਰੀ ਰੱਦ ਕਰ ਲਓ, ਦੁਬਾਰਾ ਇੱਕ ਕਮੇਟੀ ਬਣਾ ਲਓ ਜਿਹਦੇ ਵਿੱਚ ਸਾਰੀਆਂ ਧਿਰਾਂ ਹੋਣ, ਹਰੇਕ ਰਾਜ ਦਾ ਮੁੱਖ ਮੰਤਰੀ ਤੇ ਖੇਤੀ ਮੰਤਰੀ, ਕੇਂਦਰੀ ਖੇਤੀ ਮੰਤਰੀ, ਵਣਜ ਮੰਤਰੀ ਤੇ ਜਿਹੜੇ ਹੋਰ ਉਹਦੇ ਨਾਲ ਸੰਬੰਧਿਤ ਹੈ ਉਹਨਾਂ ਨੂੰ ਪਾ ਲਓ, ਮਾਹਰ ਅਧਿਕਾਰੀਆਂ ਨੂੰ ਪਾ ਲਓ, ਸੇਵਾ ਮੁਕਤ ਖੇਤੀਬਾੜੀ ਯੂਨੀਵਰਸਿਟੀਆਂ ਦੇ ਵਾਈਸ ਚਾਂਸਲਰਾਂ ਨੂੰ ਪਾ ਲਓ, ਉਹਨਾਂ ਨੂੰ ਇਕੱਠੇ ਕਰਕੇ ਇੱਕ ਕਮੇਟੀ ਬਣਾ ਲਓ। ਉਹ ਕਮੇਟੀ ਦੇ ਵਿੱਚ ਖੁੱਲ੍ਹਾ ਵਿਚਾਰ ਕੀਤਾ ਜਾਵੇ ਕਿ ਕਿਵੇਂ ਸੁਧਾਰ ਕੀਤਾ ਜਾ ਸਕਦਾ ਹੈ, ਉਸ ਪਾਸੇ ਵੱਲ ਲੈ ਆਓ। ਜਿਹੜੇ ਲੋਕਤੰਤਰ ਦੇ ਵਿੱਚ ਕੱਲਾ ਡੰਡਾ ਤੰਤਰ ਨਹੀਂ ਹੁੰਦਾ, ਕੱਲਾ ਇਹ ਨਹੀਂ ਹੈ ਕਿ ਅਸੀਂ ਜੋ ਕਹਤਾ ਉਹੀ ਹੋਵੇਗਾ। ਲੋਕਤੰਤਰ ਦੇ ਵਿੱਚ ਲੋਕਾਂ ਦੀ ਰਾਏ ਭਾਰੂ ਹੁੰਦੀ ਹੈ, ਪਰ ਜਿਹੜਾ ਦੇਸ਼ ਆਪਣੇ ਆਪ ਨੂੰ ਲੋਕਤੰਤਰ ਦਾ ਸਭ ਤੋਂ ਵੱਡਾ ਮਦਈ ਕਹਾਉਂਦਾ ਹੈ, ਉਸੇ ਦੇਸ਼ ਦੇ ਵਿੱਚ ਲੋਕਤੰਤਰ ਦਾ ਜਨਾਜ਼ਾ ਨਿਕਲ ਰਿਹਾ। ਇਹ ਲੋਕਾਂ ਦੀਆਂ ਭਾਵਨਾਵਾਂ ਦੇ ਉਲਟ ਗੱਲਾਂ ਕੀਤੀਆਂ ਜਾ ਰਹੀਆਂ ਨੇ। ਚੰਦ ਕਾਰਪੋਰੇਟ ਘਰਾਣਿਆਂ ਨੂੰ ਉੱਪਰ ਚੁੱਕਣ ਵਾਸਤੇ, ਉਹਨਾਂ ਦੀ ਪੂੰਜੀ ਵਧਾਉਣ ਵਾਸਤੇ ਇਹ ਕਦਮ ਚੱਕੇ ਗਏ ਜਿਹੜੇ ਕਿਸਾਨਾਂ ਨੂੰ ਮਨਜ਼ੂਰ ਨਹੀਂ ਹੋਣੇ। ਜਦੋਂ ਇਸ ਵੱਡੀ ਪੱਧਰ ਦੇ ਉੱਤੇ ਕਿਸਾਨ ਸੜਕਾਂ ਤੇ ਬੈਠੇ ਹੋਣ ਤਾਂ ਜਿਹੜਾ ਹੁਕਮਰਾਨ ਹੈ ਉਹ ਅੰਨਾ ਤੇ ਬੋਲਾ ਹੋ ਜਾਵੇ, ਫਿਰ ਰੱਬ ਹੀ ਰੱਖਾ ਹੋਇਆ ਕਰਦਾ। ਤੁਸੀਂ ਕੋਈ ਇਸ ਵੇਲੇ ਡਿਕਟੇਟਰ ਨਹੀਂ ਹੈਗੇ, ਤਾਨਾਸ਼ਾਹ ਨਹੀਂ, ਪਰ ਹੁਣ ਤੱਕ ਦੀ ਜਿਹੜੀ ਦੂਜੀ ਵਾਰ ਸਰਕਾਰ ਆਉਣ ਤੋਂ ਬਾਅਦ ਨਰਿੰਦਰ ਮੋਦੀ ਕੰਮ ਕਰ ਰਿਹਾ ਹੈ, ਉਹ ਇੱਕ ਤਾਨਾਸ਼ਾਹ ਵਾਲਾ ਕੰਮ ਕਰ ਰਿਹਾ ਹੈ। ਲੋਕਤੰਤਰ ਦੇ ਵਿੱਚ ਤਾਨਾਸ਼ਾਹ ਭਾਰੂ ਨਹੀਂ ਹੁੰਦਾ। ਜਦੋਂ ਕਿਸੇ ਚੀਜ਼ ਦਾ ਅੱਤ ਚੱਕੀ ਜਾਵੇ, ਅੱਤ ਵੀ ਸਿਖਰ ਤੇ ਪਹੁੰਚ ਜਾਵੇ, ਫਿਰ ਅੰਤ ਹੋਇਆ ਕਰਦਾ ਹੈ। ਸੋ ਇਸ ਪਾਸੇ ਵੱਲੋਂ ਇਹ ਚੱਲ ਰਿਹਾ ਹੈ। ਕੱਲ ਦਾ ਜਿਹੜਾ ਇਹ ਬੰਦ ਸੀ ਉਹਦੇ ਵਿੱਚ ਕਿਸਾਨਾਂ ਨੂੰ ਦੇ ਬੰਦ ਨੂੰ ਭਰਮਾ ਹੁੰਗਾਰਾ ਮਿਲਿਆਗਾ। ਕਿਸਾਨਾਂ ਨੂੰ ਵੀ ਚਾਹੇ, ਪਰ ਕਿਸਾਨਾਂ ਦਾ ਕੋਈ ਜੀ ਨਹੀਂ ਕਰਦਾ ਕਿ ਇਸ ਤਰ੍ਹਾਂ ਦੇ ਸਖਤ ਕਦਮ ਉਠਾਏ ਜਾਣ। ਕਰੋੜਾਂ ਦਾ ਘਾਟਾ ਪਿਆ ਹੋਣਾ ਕੱਲ। ਸੋ ਉਹਨਾਂ ਨੂੰ ਵੀ ਉਸ ਵੇਲੇ ਕਿਹਾ ਜਦੋਂ ਕਿਸਾਨਾਂ ਦੇ ਸਿਰ ਤੋਂ ਪਾਣੀ ਨਿਕਲਿਆ, ਇਹ ਸਰਕਾਰ ਟਸ ਤੋਂ ਮਸ ਨਹੀਂ ਹੁੰਦੀ। ਲੇਕਿਨ ਇਹ ਸਾਰੇ ਦੇ ਬਾਵਜੂਦ ਫਿਰ ਵੀ ਕਿਸਾਨ ਇਹੋ ਹੀ ਗੱਲ ਕਹਿੰਦੇ ਨੇ ਕਿ ਅੰਦੋਲਨ ਆਪਾਂ ਸ਼ਾਂਤੀਪੂਰਵਕ ਰੱਖਣਾ ਹੈ। ਜੇ ਅੰਦੋਲਨ ਸ਼ਾਂਤੀਪੂਰਵਕ ਰਹੇਗਾ ਕਿਸਾਨਾਂ ਦੀ ਜਿੱਤ ਹੋਵੇਗੀ। ਜੇ ਅੰਦੋਲਨ ਦੇ ਵਿੱਚ ਹਿੰਸਾ ਆ ਗਈ ਤਾਂ ਮੋਦੀ ਦੀ ਜਿੱਤ ਹੋਵੇਗੀ। ਸੋ ਕਿਸਾਨਾਂ ਦੀਆਂ ਅਪੀਲਾਂ ਦਾ ਅਸਰ ਹੈ। ਜਿੰਨੇ ਅਨੁਸ਼ਾਸਨ ਦੇ ਵਿੱਚ ਰਹਿ ਕੇ ਕਿਸਾਨਾਂ ਵੱਲੋਂ ਇਹ ਅੰਦੋਲਨ ਲੜਿਆ ਜਾ ਰਿਹਾ, ਉਹ ਆਪਣੇ ਆਪ ਦੇ ਵਿੱਚ ਅਹਿਮ ਹੈ। ਜੀ ਬਿਲਕੁਲ। ਤੇ ਹੁਣ ਅਸੀਂ ਜਿਹੜੀ ਗੱਲ ਕਰਾਂਗੇ ਉਹ 26 ਮਾਰਚ ਤੋਂ 3 ਦਿਨ ਪਹਿਲਾਂ ਯਾਨੀ ਕਿ 23 ਮਾਰਚ ਦੀ ਗੱਲ ਕਰਾਂਗੇ, ਜਦੋਂ ਸ਼ਹੀਦ ਆਜ਼ਮ ਭਗਤ ਸਿੰਘ ਦਾ ਸ਼ਹੀਦੀ ਜਿਹੜਾ ਦਿਹਾੜਾ ਉਹ ਮਨਾਇਆ ਗਿਆ। ਤਾਂ ਸੰਯੁਕਤ ਮੋਰਚੇ ਵੱਲੋਂ ਐਲਾਨ ਕੀਤਾ ਗਿਆ ਸੀ ਕਿ ਸਾਰਿਆਂ ਨੇ ਖਟਕੜ ਕਲਾਂ ਵਿਖੇ ਪਹੁੰਚਣਾ, ਤੇ ਨਾਲ ਸਾਰੇ ਨੌਜਵਾਨਾਂ ਨੂੰ ਇਹ ਅਪੀਲ ਵੀ ਕੀਤੀ ਗਈ ਸੀ ਕਿ ਦਿੱਲੀ ਦੀਆਂ ਹੱਦਾਂ ਵੀ ਖਾਲੀ ਨਹੀਂ ਸੀ ਹੋਣੀਆਂ ਚਾਹੀਦੀਆਂ। ਤਾਂ ਉੱਥੇ ਵੀ ਬਸੰਤੀ ਰੰਗ ਦੇ ਵਿੱਚ ਰੰਗੀਆਂ ਹੋਈਆਂ ਸਾਰੀਆਂ ਸਰਹੱਦਾਂ ਨਜ਼ਰ ਆਈਆਂ। ਤਾਂ ਖਟਕੜ ਕਲਾਂ ਦੇ ਵਿੱਚ ਵੀ ਬਹੁਤ ਭਾਰੀ ਇਕੱਠ ਵੇਖਣ ਨੂੰ ਮਿਲਿਆ। ਸਭ ਤੋਂ ਵੱਡੀ ਗੱਲ ਉੱਥੇ ਇਹ ਸੀ ਕਿ ਮੇਨ ਇਹ ਪੂਰਵ ਜਿਹੜੀ ਮੰਗ ਹੈ ਉਹ ਰੱਖੀ ਗਈ ਕਿ ਹਲੇ ਤੱਕ ਸ਼ਹੀਦ ਭਗਤ ਸਿੰਘ ਨੂੰ, ਅਸੀਂ ਭਾਵੇਂ ਉਹਨਾਂ ਨੂੰ ਸ਼ਹੀਦ ਭਗਤ ਸਿੰਘ ਕਹਿੰਦੇ ਆ, ਪਰ ਸਰਕਾਰੀ ਤੌਰ ਤੇ ਉਹਨਾਂ ਨੂੰ ਸ਼ਹੀਦ ਦੀ ਪਦਵੀ ਹਲੇ ਤੱਕ ਨਹੀਂ ਦਿੱਤੀ ਗਈ, ਜਿਸ ਨੂੰ ਲੈ ਕੇ ਮੰਗ ਰੱਖੀ ਗਈ ਹੈ ਕਿ ਉਹਨਾਂ ਨੂੰ ਛੇਤੀ ਤੋਂ ਛੇਤੀ ਸ਼ਹੀਦ ਦਾ ਦਰਜਾ ਦਿੱਤਾ ਜਾਵੇ। ਤੇ ਇਸ ਦੇ ਨਾਲ ਹੀ ਜੇ ਗੱਲ ਕਰੀਏ ਅਸੀਂ ਲਹਿੰਦੇ ਪੰਜਾਬ ਦੀ, ਤਾਂ ਲਹਿੰਦੇ ਪੰਜਾਬ ਵੱਲੋਂ ਵੀ ਇਹ ਖਬਰ ਨਿਕਲ ਕੇ ਸਾਹਮਣੇ ਆਈ ਹੈ ਕਿ ਉਹਨਾਂ ਨੇ ਇਮਰਾਨ ਖਾਨ ਸਰਕਾਰ ਅੱਗੇ ਪੰਜਾਬੀਆਂ ਨੇ, ਉੱਧਰਲੇ ਪੰਜਾਬੀਆਂ ਨੇ ਜਿਹੜੀ ਅਪੀਲ ਕੀਤੀ ਹੈ ਕਿ ਸ਼ਹੀਦ ਭਗਤ ਸਿੰਘ ਨੂੰ ਵੀ ਸ਼ਹੀਦ ਦਾ ਦਰਜਾ ਦਿੱਤਾ ਜਾਵੇ। ਤਾਂ ਟੱਲੂ ਸਾਹਿਬ ਇਸ ਬਾਰੇ ਕੀ ਕਹੋਗੇ? ਨਵਦੀਪ ਜੀ, ਗੁਰਦਾਸ ਮਾਨ ਨੇ ਇੱਕ ਲਾਈਨਾਂ ਲਿਖੀਆਂ ਨੇ ਕਿ ਆਜ਼ਾਦੀ ਦੇ ਝੂਠੇ ਆਗੂ ਕੁਰਸੀ ਲੈ ਕੇ ਬਹਿ ਗਏ, ਰਾਜ ਗੁਰੂ ਸੁਖਦੇਵ ਭਗਤ ਸਿੰਘ ਫੁੱਲਾਂ ਜੋਗੇ ਰਹਿ ਗਏ। ਇਹ ਗੀਤ ਉਹਨਾਂ ਨੇ ਲਗਭਗ 3 ਦਹਾਕੇ ਪਹਿਲਾਂ ਲਿਖਿਆ ਸੀ, 1990 ਦੇ ਨੇੜੇ ਤੇੜੇ ਜੀ।
ਪਹਿਲੀ ਵਾਰ ਉਹਨਾਂ ਨੇ ਜਦੋਂ ਪ੍ਰੋਫੈਸਰ ਮੋਹਨ ਸਿੰਘ ਮੇਲੇ ਦੀ ਸਟੇਜ ਦੇ ਉੱਤੇ ਗਾਇਆ ਸੀ 99 ਭਾਵ 30 ਸਾਲ ਇਹਨੂੰ ਹੋ ਗਏ ਨੇ, 30 ਸਾਲ ਦੇ ਵਿੱਚ ਅਜੇ ਤੱਕ ਉਹਨਾਂ ਨੂੰ ਸ਼ਹੀਦ ਦਾ ਦਰਜਾ ਨਹੀਂ ਦਿੱਤਾ ਗਿਆ। ਬਹੁਤ ਮੰਦਭਾਗੀ ਗੱਲ ਹੈ। ਉਹਨਾਂ ਦੇ ਨਾਂ ਦੇ ਉੱਤੇ ਕਰਦੇ ਅਸੀਂ ਬਹੁਤ ਕੁਝ ਆ। ਬਹੁਤ ਸਾਰੀਆਂ ਸਿਆਸੀ ਪਾਰਟੀਆਂ ਹੋਂਦ ਦੇ ਵਿੱਚ ਆਈਆਂ, ਬਸੰਤੀ ਪੱਗਾਂ ਬੰਨੀਆਂ। ਕਿ ਬਸੰਤੀ ਪੱਗਾਂ ਬੰਨਣ ਤੋਂ ਬਾਅਦ ਸਾਡੀ ਸੋਚ ਜਿਹੜੀ ਆ ਸ਼ਹੀਦੇ ਆਜਮ ਸਰਦਾਰ ਭਗਤ ਸਿੰਘ ਵਾਲੀ ਹੋ ਗਈ। ਸ਼ਹੀਦੇ ਆਜਮ ਦੀ ਸੋਚ ਤੇ ਪਹਿਰਾ ਦੇਣ ਦੀ ਲੋੜ ਆ, ਪਹਿਰਾਵਿਆਂ ਤੇ ਨਹੀਂ ਜੀ। ਠੀਕ ਹੈ, ਤੁਸੀਂ ਦਸਤਾਰਾਂ ਸਜਾਉਂਦੇ ਹੋ, ਬਸੰਤੀ ਜਿਹੜੀਆਂ ਦਸਤਾਰਾਂ ਨੇ, ਚੰਗੀ ਗੱਲ ਹੈ ਕਿ ਅਸੀਂ ਭਗਤ ਸਿੰਘ ਦਾ ਸੋਚ ਤੇ ਪਹਿਰਾ ਦੇਣ ਦੀ ਜਿਹੜੀ ਯਤਨ ਹੈ ਉਹਨੂੰ ਪ੍ਰੈਕਟੀਕਲ ਰੂਪ ਦੇ ਵਿੱਚ ਕਰਨਾ ਚਾਹੀਦਾ, ਗੱਲੀ ਬਾਤੀ ਨਹੀਂ ਕਰਨਾ ਚਾਹੀਦਾ। ਅੱਜ ਜਦੋਂ ਆਹ ਸਾਰਾ ਕੁਝ ਵਾਪਰ ਰਿਹਾ, ਔਰਤਾਂ ਦੀਆਂ ਹੱਤਿਆਵਾਂ ਹੋ ਰਹੀਆਂ, ਉਹਨਾਂ ਨਾਲ ਜਬਰ ਜਨਾਹ ਹੋ ਰਹੇ ਨੇ, ਉਹਨਾਂ ਤੇ ਅਤਿਆਚਾਰ ਹੋ ਰਹੇ ਨੇ, ਘੱਟ ਗਿਣਤੀਆਂ ਦੇ ਉੱਤੇ ਲਗਾਤਾਰ ਅਤਿਆਚਾਰ ਹੋ ਰਹੇ ਨੇ, ਉਹਨਾਂ ਨੂੰ ਦੂਜਿਆਂ ਦੇ ਬਰਾਬਰ ਜਿਉਣ ਦਾ ਦਰਜਾ ਖੋਇਆ ਜਾ ਰਿਹਾ ਹੈ, ਕਿ ਉਸ ਵੇਲੇ ਸਰਦਾਰ ਭਗਤ ਸਿੰਘ ਹੋਰਾਂ ਦੀਆਂ ਰੂਹਾਂ ਕੰਬਦੀਆਂ ਨਹੀਂ ਹੋਣਗੀਆਂ? ਉਹ ਕਹਿੰਦੀਆਂ ਹੋਣਗੀਆਂ ਕਿ ਆਹ ਦੇਸ਼ ਆਜ਼ਾਦ ਕਰਾਉਣ ਵਾਸਤੇ ਅਸੀਂ ਇਹ ਬੀੜਾ ਚੁੱਕਿਆ ਸੀ, ਕੁਰਬਾਨੀਆਂ ਦਿੱਤੀਆਂ ਸੀ। ਉਹਨਾਂ ਨੇ ਫਾਂਸੀ ਦੇ ਰੱਸੇ ਨੂੰ ਚੁੰਮਣਾ ਸਵੀਕਾਰ ਕਰ ਲਿਆ। ਹਾਲਾਂਕਿ ਉਹਨਾਂ ਨੂੰ ਵੀ ਕਈ ਇੱਥੇ ਉਸ ਕਿਸਮ ਦੇ ਲੋਕਾਂ ਨੂੰ ਬੜਾ ਵੱਡਾ ਹੀਰੋ ਬਣਾ ਕੇ ਪੇਸ਼ ਕੀਤਾ ਜਾ ਰਿਹਾ ਹੈ, ਜਿਨ੍ਹਾਂ ਨੇ ਫਾਂਸੀ ਮਾਫ ਕਰਾਉਣ ਵਾਸਤੇ ਅਰਜ਼ੀਆਂ ਲਿਖੀਆਂ, ਚਿੱਠੀਆਂ ਲਿਖੀਆਂ। ਲੇਕਿਨ ਸ਼ਹੀਦੇ ਆਜਮ ਸਰਦਾਰ ਭਗਤ ਸਿੰਘ ਤੇ ਉਹਨਾਂ ਦੇ ਸਾਥੀਆਂ ਨੇ ਫਾਂਸੀ ਦਾ ਰੱਸਾ ਚੁੰਮਣਾ ਕਬੂਲ ਕਰ ਲਿਆ, ਪਰ ਇਹ ਤਾਂ ਨਹੀਂ ਮੰਗੀ ਸੀ ਵੀ ਸਾਨੂੰ ਤੁਸੀਂ ਜਿਹੜਾ ਹੈਗਾ ਮਾਫ ਕਰ ਦਿੱਤਾ ਜਾਵੇ। ਇਹ ਤਾਂ ਨਹੀਂ ਕਿਹਾ ਉਹਨਾਂ ਨੇ। ਲਗਾਤਾਰ ਜਿਹੜਾ ਸੀਗਾ ਅੱਜ ਜਦੋਂ ਇਸ ਦੇਸ਼ ਦਾ ਪ੍ਰਧਾਨ ਮੰਤਰੀ, ਜਦੋਂ ਉਹਦੇ ਤੇ ਇਹ ਦੋਸ਼ ਲੱਗਣ ਕਿ ਦਿਨ ਦੇ ਵਿੱਚ 58 ਝੂਠ ਬੋਲਦਾ ਹੈ, ਬੰਗਲਾਦੇਸ਼ ਦੇ ਵਿੱਚ ਗਿਆ, ਉਹ ਕਹਿੰਦਾ ਆਜ਼ਾਦੀ ਦੀ ਲੜਾਈ ਮੈਂ ਲੜੀ ਸੀ, ਮੈਂ ਨਾਲ ਸੀ ਉਸ ਵੇਲੇ, ਉਹਦਾ ਜਨਮ ਵੀ ਆਜ਼ਾਦੀ ਤੋਂ ਬਾਅਦ ਦਾ ਹੈ। ਸੋ ਜਦੋਂ ਪ੍ਰਧਾਨ ਮੰਤਰੀ ਜਿਹੜੇ ਰੋਲ ਮਾਡਲ ਹੁੰਦੇ ਨੇ ਉਹ ਇਸ ਤਰ੍ਹਾਂ ਦੀਆਂ ਗੱਲਾਂ ਕਰਨ ਤਾਂ ਅਜਿਹੀ ਸਥਿਤੀ ਦੇ ਵਿੱਚ ਅਸੀਂ ਕੀ ਕਹਾਂਗੇ ਜੀ। ਸੋ ਇਸ ਵੇਲੇ ਜਿਸ ਤਰ੍ਹਾਂ ਦੇ ਪਾਸੇ ਨੂੰ ਇਹ ਦੇਸ਼ ਜਾ ਰਿਹਾ ਹੈ, ਜੇ ਇਸੇ ਤਰ੍ਹਾਂ ਘੱਟ ਗਿਣਤੀਆਂ ਤੇ ਘੱਟ ਪਛਾਵਾਂ ਤੇ ਜਾਤੀਵਾਦ ਧਰਮ ਨੂੰ ਲੈ ਕੇ ਇੱਕੋ ਧਰਮ ਪ੍ਰਫੁੱਲਤ ਕਰਨ ਦੀ ਗੱਲ ਕੀਤੀ ਜਾ ਰਹੀ ਹੈ, ਇੱਕੋ ਰਾਸ਼ਟਰਵਾਦ ਬਣਾਇਆ ਜਾ ਰਿਹਾ, ਜੇ ਤੁਸੀਂ ਇਸ ਤਰ੍ਹਾਂ ਜਾਓਗੇ ਤਾਂ ਨਾਰਾ ਤਾਂ ਇਹ ਸੀ ਕਿ ਧਰਮ ਅਨੇਕ ਭਾਰਤ ਏਕ, ਤਾਂ ਉਸ ਸਥਿਤੀ ਦੇ ਵਿੱਚ ਜਾ ਕੇ ਤੁਸੀਂ ਫਿਰ ਇਹ ਇਕੱਠਾ ਰੱਖਣਾ ਬਹੁਤ ਮੁਸ਼ਕਲ ਹੋ ਜਾਵੇਗਾ। ਸੋ ਹੁਕਮਰਾਨਾਂ ਨੂੰ ਆਪਣੀ ਸੋਚ ਵਿੱਚ ਬਦਲਾਅ ਲਿਆਉਣਾ ਚਾਹੀਦਾ ਹੈ। ਅੱਜ ਵੀ ਕੋਈ ਕਿਸਾਨ ਪਾਕਿਸਤਾਨ ਤੋਂ ਤਾਂ ਨਹੀਂ ਆਏ ਵੇ, ਕੋਈ ਬੰਗਲਾਦੇਸ਼ ਤੋਂ ਆਏ ਹੋਣ ਜਾਂ ਕਿਤੋਂ ਹੋਰ, ਇਸੇ ਕਰਕੇ ਤਾਂ ਉੱਥੇ ਉਹਦਾ ਵਿਰੋਧ ਹੋ ਰਿਹਾ ਹੈਗਾ, ਬੰਗਲਾਦੇਸ਼ ਦੇ ਵਿੱਚ ਵਿਰੋਧ ਹੋਇਆ। ਸੋ ਪ੍ਰਧਾਨ ਮੰਤਰੀ ਸਾਹਿਬ ਨੂੰ ਚਾਹੀਦਾ ਹੈ ਕਿ ਵੱਡਾ ਦਿਲ ਦਿਖਾ ਕੇ ਬੈਠ ਕੇ ਇਹਨਾਂ ਕਿਸਾਨਾਂ ਦਾ ਅੰਦੋਲਨ ਖਤਮ ਕਰਾਉਣ, ਔਰ ਜਿਹੜਾ ਸ਼ਹੀਦ ਦਾ ਦਰਜਾ ਹੁਣ ਤੱਕ ਨਹੀਂ ਦਿੱਤਾ ਗਿਆ, ਜਦੋਂ ਅਗਲਾ 23 ਮਾਰਚ ਆਵੇ ਉਸ ਤੋਂ ਪਹਿਲਾਂ ਸ਼ਹੀਦੇ ਆਜਮ ਸਰਦਾਰ ਭਗਤ ਸਿੰਘ ਨੂੰ ਸ਼ਹੀਦ ਦਾ ਦਰਜਾ ਪ੍ਰਦਾਨ ਕੀਤਾ ਜਾਵੇ। ਇਹ ਇਕੱਲੇ ਸਾਰੇ ਹੀ ਮੰਗ ਕਰਦੇ ਨੇ ਜਿੱਥੇ ਵੀ ਲੋਕ ਬੈਠੇ ਹੋਣਗੇ, ਔਰ ਉਹਨਾਂ ਦੀਆਂ ਕੁਰਬਾਨੀਆਂ ਸਦਕਾ ਕਦੇ ਇਹ ਨਹੀਂ ਹੈ ਕਿ ਜਿਹੜੇ ਹੋਰ ਤੁਰੇ ਫਿਰਦੇ ਆ ਉਹਨਾਂ ਨੇ ਦੇਸ਼ ਆਜ਼ਾਦ ਕਰਾਤਾ। ਸ਼ਹੀਦੇ ਆਜਮ ਸਰਦਾਰ ਭਗਤ ਸਿੰਘ, ਰਾਜਗੁਰੂ ਸੁਖਦੇਵ, ਚੰਦਰ ਸ਼ੇਖਰ ਆਜ਼ਾਦ, ਕਰਤਾਰ ਸਿੰਘ ਸਰਾਭਾ, ਪਤਾ ਨਹੀਂ ਕਿੰਨੇ ਕੁ ਲੋਕ ਜਿਨ੍ਹਾਂ ਨੇ ਸ਼ਹੀਦੀਆਂ ਦਿੱਤੀਆਂ ਨੇ, ਉਹਨਾਂ ਦੀਆਂ ਸ਼ਹੀਦੀਆਂ ਦੇ ਕਰਕੇ ਅਸੀਂ ਆਜ਼ਾਦ ਹੋਏ ਆ। ਮੈਂ ਤਾਂ ਇਹ ਕਹਿਣਾ 23 ਮਾਰਚ ਵੀ ਉਡੀਕਣ ਦੀ ਜ਼ਰੂਰਤ ਨਹੀਂ ਹੈਗੀ। 15 ਅਗਸਤ ਨੂੰ ਦੇਸ਼ ਦਾ ਆਜ਼ਾਦੀ ਦਾ ਦਿਹਾੜਾ ਆ ਰਿਹਾ, ਆਜ਼ਾਦੀ ਦੇ ਦਿਹਾੜੇ ਦੇ ਉੱਤੇ ਹੀ ਇਹ ਸਾਰਾ ਕੁਝ ਕੀਤਾ ਜਾਵੇ। ਜੀ ਬਿਲਕੁਲ। ਤੇ ਖਬਰਾਂ ਹੋਰ ਬਹੁਤ ਸਾਰੀਆਂ ਨੇ, ਸਾਰੀਆਂ ਤੇ ਅਸੀਂ ਵਿਚਾਰ ਚਰਚਾ ਕਰਾਂਗੇ। ਜਿਵੇਂ ਕਿ ਹੁਣ ਗੱਲਬਾਤ ਕੀਤੀ ਸੀ ਭਾਰਤ ਬੰਦ ਦੇ ਸੱਦੇ ਨੂੰ ਲੈ ਕੇ ਕਿ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ, ਸਾਰੇ ਲੋਕਾਂ ਨੇ ਭਰਪੂਰ ਜਿਹੜਾ ਸਹਿਯੋਗ ਹੈ ਉਹ ਦਿੱਤਾ, ਦੁਕਾਨਾਂ ਬੰਦ ਕੀਤੀਆਂ ਗਈਆਂ, ਕਾਰੋਬਾਰ ਬੰਦ ਕੀਤੇ ਗਏ, ਪਰ ਜਿਹੜੀਆਂ ਸਰਕਾਰਾਂ ਨੇ ਜਿਹੜੀਆਂ ਸਮੇਂ-ਸਮੇਂ ਤੇ 2022 ਦੀਆਂ ਚੋਣਾਂ ਦੇ ਮੱਦੇਨਜ਼ਰ ਵੱਡੇ ਬਿਆਨ ਦਿੰਦੀਆਂ ਨੇ ਅੰਦਰ ਖਾਤੇ ਬੈਠ ਕੇ ਕਿ ਅਸੀਂ ਆਪਣੇ ਕਿਸਾਨਾਂ ਦੇ ਨਾਲ ਆ, ਕਿਸਾਨਾਂ ਲਈ ਅਸੀਂ ਬਹੁਤ ਵੱਡੇ ਉਪਰਾਲੇ ਕਰ ਰਹੇ ਹਾਂ, ਤਾਂ ਉਹੀ ਕੇਂਦਰ ਸਰਕਾਰਾਂ ਦੀਆਂ ਚਮਚੀਆਂ ਬਣ ਕੇ ਬੈਠ ਜਾਂਦੀਆਂ ਨੇ ਤੇ ਉਹੀ ਵਰਕਰਾਂ ਨੂੰ ਦੁਬਾਰਾ ਦਫ਼ਤਰਾਂ ਦੇ ਵਿੱਚ ਆਉਣ ਲਈ ਮਜਬੂਰ ਕਰ ਦਿੰਦੀਆਂ ਨੇ ਕਿ ਸਾਰਿਆਂ ਨੂੰ ਕੋਈ ਵੀ ਛੁੱਟੀ ਨਹੀਂ ਹੈ। ਇਹ ਤਾਂ ਜੀ ਕਿਸਾਨਾਂ ਵੱਲੋਂ ਬੰਦ ਦਾ ਸੱਦਾ ਹੈ, ਅਸੀਂ ਥੋੜਾ ਕਿਹਾ ਕਿ ਤੁਹਾਨੂੰ ਸਰਕਾਰੀ ਛੁੱਟੀ ਆ। ਤਾਂ ਇਸ ਦੇ ਮੱਦੇਨਜ਼ਰ ਅਸੀਂ ਕਹਿ ਸਕਦੇ ਹਾਂ ਕਿ ਸਾਰੀਆਂ ਸਰਕਾਰਾਂ ਇੱਕ ਦੂਜੇ ਦੇ ਨਾਲ ਮਿਲੀਆਂ ਹੋਈਆਂ ਨੇ, ਆਮ ਲੋਕਾਂ ਨੂੰ ਹੀ ਤੰਗ ਪਰੇਸ਼ਾਨ ਹੈ ਜਿਹੜਾ ਉਹ ਕੀਤਾ ਜਾ ਰਿਹਾ। ਸੋ ਹੋਰ ਵੀ ਬਹੁਤ ਸਾਰੀਆਂ ਖਬਰਾਂ ਨੇ ਜਿਨ੍ਹਾਂ ਤੇ ਅਸੀਂ ਗੱਲਬਾਤ ਕਰਾਂਗੇ, ਵਿਚਾਰ ਚਰਚਾ ਇਸੇ ਤਰ੍ਹਾਂ ਜਾਰੀ ਰਹੇਗੀ, ਪਰ ਵੇਲਾ ਇੱਕ ਛੋਟੀ ਜਿਹੀ ਬ੍ਰੇਕ ਦਾ ਹੋ ਚੱਲਿਆ ਜਾਣਾ। ਤੁਸੀਂ ਕਿਤੇ ਨਹੀਂ ਜੀ, ਮਿਲਦੇ ਇੱਕ ਛੋਟੇ ਜਿਹੇ ਵਕਫੇ ਤੋਂ ਬਾਅਦ।
ਹੁਣ ਤੁਸੀਂ ਦੇਖ ਸਕਦੇ ਹੋ ਗਲੋਬਲ ਪੰਜਾਬ ਟੀਵੀ ਨੂੰ ਡਾਊਨਲੋਡ ਕਰੋ ਸਾਡੀ ਐਪ ਐਂਡਰੋਇਡ ਜਾਂ iOS ਤੇ ਫ੍ਰੀ ਵਿੱਚ roku ਅਤੇ Amazon Fire TV ਤੇ ਜਾਂ Apple TV ਤੇ ਨਾਲ ਹੀ ਦੇਖ ਸਕਦੇ ਹੋ ਲਾਈਵ ਸਟ੍ਰੀਮਿੰਗ www.globalpunjabtv.com ਤੇ। ਛੋਟੀ ਜਿਹੀ ਬ੍ਰੇਕ ਤੋਂ ਬਾਅਦ ਇੱਕ ਵਾਰ ਤੁਹਾਡਾ ਫਿਰ ਤੋਂ ਸਵਾਗਤ ਹੈ ਸਾਡੇ ਖਾਸ ਪ੍ਰੋਗਰਾਮ ਵਾਰ ਸਤਵਾਰ ਦੇ ਵਿੱਚ। ਬ੍ਰੇਕ ਤੋਂ ਪਹਿਲਾਂ ਗੱਲਬਾਤ ਹੋ ਰਹੀ ਸੀ ਕਿਸਾਨਾਂ ਬਾਬਤ, ਗੱਲਬਾਤ ਹੋ ਰਹੀ ਸੀ ਮੋਰਚਿਆਂ ਦੇ ਲਈ, ਗੱਲਬਾਤ ਹੋ ਰਹੀ ਸੀ ਰੈਲੀਆਂ ਬਾਰੇ ਕਿ ਲਗਾਤਾਰ ਬੇਸ਼ੱਕ ਕਿ ਸਾਡੇ ਕਿਸਾਨਾਂ ਨੂੰ ਬਹੁਤ ਸਾਰੇ ਦੁੱਖ ਝੱਲਣੇ ਪੈ ਰਹੇ ਨੇ, ਪਰ ਫਿਰ ਵੀ ਉਹਨਾਂ ਦੇ ਵਿੱਚ ਉਹ ਜੋਸ਼ ਹੈ, ਉਹਨਾਂ ਦੇ ਵਿੱਚ ਉਹ ਗੱਲ ਹੈ ਕਿ ਅਸੀਂ ਇਹਨਾਂ ਕਾਲੇ ਕਾਨੂੰਨਾਂ ਨੂੰ ਵਾਪਿਸ ਕਰਵਾਉਣਾ ਹੈ ਤਾਂ ਕਰਵਾਉਣਾ ਹੀ ਹੈ, ਭਾਵੇਂ ਕੁਝ ਵੀ ਹੋ ਜਾਵੇ। ਸਾਡੇ ਨੌਜਵਾਨ ਵੀ ਇਸ ਉਪਰਾਲੇ ਦੇ ਵਿੱਚ ਪ੍ਰੋਪਰ ਉਹਨਾਂ ਦਾ ਸਾਥ ਦੇ ਰਹੇ ਨੇ। ਬੇਸ਼ੱਕ ਕਿ ਉਹਨਾਂ ਵੱਲੋਂ ਸਾਰੀਆਂ ਜਿੰਨੀਆਂ ਵੀ ਰੁੱਸੀਆਂ ਹੋਈਆਂ ਧਿਰਾਂ ਨੇ ਉਹਨਾਂ ਨੂੰ ਇੱਕ ਮੰਚ ਤੇ ਦੁਬਾਰਾ ਇਕੱਠੇ ਹੋਣ ਦੀ ਵੀ ਅਪੀਲ ਕੀਤੀ ਗਈ ਹੈ। ਤੇ ਇਸ ਦੇ ਨਾਲ ਹੀ ਜਿਹੜੀ ਇੱਕ ਗੱਲ ਹੋਰ ਹੈ, ਅਹਿਮ ਗੱਲ ਹੈ ਜਿਹੜੀ ਉਹ ਕਰਾਂਗੇ ਕਿ ਬੀਤੇ ਦਿਨੀ ਕੇਜਰੀਵਾਲ ਸਾਹਿਬ ਨੇ ਜਿਹੜੇ ਉਹ ਪੰਜਾਬ ਦੇ ਵਿੱਚ ਆਏ, ਉਹਨਾਂ ਨੇ ਰੈਲੀਆਂ ਕੀਤੀਆਂ। ਸਭ ਤੋਂ ਅਹਿਮ ਜਿਹੜੀ ਬਾਘਾ ਪੁਰਾਣਾ ਦੀ ਰੈਲੀ ਰਹੀ, ਉੱਥੇ ਬਹੁਤ ਲੋਕਾਂ ਦਾ ਇਕੱਠ ਵੇਖਣ ਨੂੰ ਮਿਲਿਆ। ਤਾਂ ਉਸ ਇਕੱਠ ਦੇ ਦੌਰਾਨ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਕੇਜਰੀਵਾਲ ਸਾਹਿਬ ਨੇ ਵੀ ਕਾਂਗਰਸ ਸਰਕਾਰ ਤੇ ਨਿਸ਼ਾਨੇ ਬਿੰਨੇ ਤੇ ਨਾਲ ਭਗਵੰਤ ਮਾਨ ਵੱਲੋਂ ਵੀ ਕਾਂਗਰਸ ਤੇ ਅਕਾਲੀ ਦਲ ਨੂੰ ਆੜੇ ਹੱਥੀ ਲਿਆ ਗਿਆ। ਬਹੁਤ ਕੁਝ ਉਸ ਦੇ ਦੌਰਾਨ ਦੇਖਣ ਨੂੰ ਮਿਲਿਆ। ਤਾਂ ਇਸ ਦੇ ਵਿੱਚ ਖਾਸ ਗੱਲ ਅਸੀਂ ਇਹ ਕਹਿ ਸਕਦੇ ਹਾਂ ਕਿ 2022 ਦੀਆਂ ਚੋਣਾਂ ਦੇ ਮੱਦੇਨਜ਼ਰ ਬੇਸ਼ੱਕ ਕਿ ਦੁਬਾਰਾ ਤੋਂ ਫਿਰ ਲੋਕਾਂ ਨੂੰ ਲੁਭਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ। ਸਾਡੇ ਲੋਕ ਵੀ ਤੀਜੀ ਧਿਰ ਮੰਨਦੇ ਨੇ, ਉਹਨਾਂ ਨੂੰ ਵੀ ਲੱਗਦਾ ਵੀ ਕੋਈ ਹੋਰ ਪਾਰਟੀ ਆਵੇ, ਬੇਸ਼ੱਕ ਕੋਈ ਕਿਸਾਨੀ ਸੰਘਰਸ਼ ਦੇ ਵਿੱਚੋਂ ਹੀ ਉਭਰੇ, ਤਾਂ ਕਮ ਸੇ ਕਮ ਸਾਨੂੰ ਇੱਕ ਬਦਲ ਮਿਲ ਜਾਵੇ, ਅਸੀਂ ਆਪਣੇ ਦੇਸ਼ ਨੂੰ, ਅਸੀਂ ਆਪਣੇ ਰਾਜ ਨੂੰ ਬਰਬਾਦ ਹੋਣ ਤੋਂ ਬਚਾ ਲਈਏ। ਤਾਂ ਕਿਤੇ ਨਾ ਕਿਤੇ ਉਹਨਾਂ ਨੂੰ ਕੇਜਰੀਵਾਲ ਦੇ ਵਿੱਚ ਸ਼ਾਇਦ ਉਹ ਚੀਜ਼ ਵੇਖਣ ਨੂੰ ਮਿਲ ਰਹੀ ਹੈ, ਕਿਉਂਕਿ ਕੇਜਰੀਵਾਲ ਨੇ ਰੈਲੀ ਦੇ ਦੌਰਾਨ ਆਪਣਾ ਦਿੱਲੀ ਦਾ ਮਾਡਲ ਲੋਕਾਂ ਦੇ ਸਾਹਮਣੇ ਰੱਖਿਆ। ਤੇ ਉੱਥੇ ਹੀ ਜੇ ਅਸੀਂ ਗੱਲ ਕਰਦੇ ਹਾਂ ਕਿ ਸਰਕਾਰਾਂ ਨੇ ਜਿਹੜੀਆਂ ਉਹ ਆਪਸ ਦੇ ਵਿੱਚ ਮਿਲੀਆਂ ਹੁੰਦੀਆਂ ਨਾ, ਤਾਂ ਕਿਸੇ ਨਾ ਕਿਸੇ ਨੂੰ ਮਾਤ ਪਾਉਣ ਦੇ ਲਈ ਕੋਈ ਨਾ ਕੋਈ ਛੜਯੰਤਰ ਹੈ ਜਿਹੜਾ ਉਹ ਜ਼ਰੂਰ ਰਚਿਆ ਜਾਂਦਾ। ਤਾਂ ਇਸ ਦੇ ਨਾਲ ਹੀ ਇੱਕ ਮਿਲਦੀ ਜੁਲਦੀ ਖਬਰ ਹੈ ਜਿਸ ਤੇ ਅਸੀਂ ਢਿੱਲੋਂ ਸਾਹਿਬ ਦੇ ਨਾਲ ਵਿਚਾਰ ਚਰਚਾ ਕਰਾਂਗੇ ਕਿ ਦਿੱਲੀ ਦੇ ਰਾਜਪਾਲ ਦੀਆਂ ਜਿਹੜੀਆਂ ਸ਼ਕਤੀਆਂ ਨੇ ਉਸ ਨੂੰ ਵਧਾਉਣ ਵਾਲਾ ਬਿੱਲ ਵੀ ਪਾਸ ਕਰ ਦਿੱਤਾ ਗਿਆ ਹੈ ਕਿ ਹੁਣ ਉਹ ਕੇਜਰੀਵਾਲ ਤੇ ਸ਼ਿਕੰਜਾ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਾਂ ਕੋਈ ਹੋਰ ਨਵਾਂ ਰੰਗ ਹੈ ਜਿਹੜਾ ਉਹ ਦਿਖਾਉਣ ਦੀ ਗੱਲ ਹੋਵੇਗੀ। ਇਸ ਬਾਬਤ ਅਸੀਂ ਢਿੱਲੋਂ ਸਾਹਿਬ ਤੁਹਾਡੇ ਵੱਲ ਆਵਾਂਗੇ ਕਿ ਕੀ ਕਹਿਣਾ ਹੈ। ਦੇਖੋ, ਗੱਲ ਇਹ ਹੈਗੀ ਆ, ਪਹਿਲੀ ਗੱਲ ਤਾਂ ਜਿਹੜੀ ਕੇਜਰੀਵਾਲ ਸਾਹਿਬ ਨੇ ਪੰਜਾਬ ਦੇ ਵਿੱਚ ਰੈਲੀ ਕੀਤੀ, ਕੇਜਰੀਵਾਲ ਸਾਹਿਬ ਉਹ ਪਾਰਟੀ ਨੇ ਜਿਹੜੀ ਪੰਜਾਬ ਦੇ ਵਿੱਚ ਇਸ ਵੇਲੇ ਵਿਰੋਧੀ ਧਿਰ ਦੀ ਪ੍ਰਮੁੱਖ ਪਾਰਟੀ ਹੈ ਜੀ। ਪਹਿਲਾਂ ਸਮਾਂ ਹੁੰਦਾ ਸੀ ਜਦੋਂ ਅਕਾਲੀ ਦਲ ਕਾਂਗਰਸ, ਅਕਾਲੀ ਦਲ ਕਾਂਗਰਸ ਜਾਂ ਕਾਂਗਰਸ ਅਕਾਲੀ ਦਲ, ਪਹਿਲੀ ਵਾਰ, ਹਾਲਾਂਕਿ ਉਹ ਤਾਂ 100 ਸੀਟਾਂ ਜਿੱਤਣ ਦਾ ਸੁਪਨਾ ਲੈ ਰਹੇ ਸਨ, ਪਰ ਉਹਨਾਂ ਦੀਆਂ ਆਪਣੀਆਂ ਗਲਤੀਆਂ ਕਰਕੇ ਉਹ ਸੁੰਗੜ ਗਿਆ, ਲੇਕਿਨ ਉਹ ਵਿਰੋਧੀ ਧਿਰ ਦੇ ਵਿੱਚ ਜਾ ਬੈਠੇ। ਵਿਰੋਧੀ ਧਿਰ ਦੇ ਵਿੱਚ ਵੀ ਉਹਨਾਂ ਦੀ ਫੇਰ ਪਾਰਟੀ ਖੱਖੜੀਆਂ ਕਰੇਲੇ ਹੋ ਗਈ। 2014 ਦੇ ਵਿੱਚ 4 ਲੋਕ ਸਭਾ ਦੇ ਮੈਂਬਰ ਜੇ ਆਮ ਆਦਮੀ ਪਾਰਟੀ ਨੂੰ ਕੋਈ ਮਿਲੇ, ਪਹਿਲੀ ਵਾਰ ਤਾਂ ਪੰਜਾਬ 'ਚੋਂ ਮਿਲੇ ਸਨ। ਜਿੱਥੇ ਉਹ ਤੀਜੀ ਵਾਰ ਰਾਜ ਕਰ ਰਹੇ ਨੇ, ਉੱਥੋਂ ਵੀ ਉਹਨਾਂ ਨੂੰ ਲੋਕ ਸਭਾ ਦੀ ਸੀਟ ਪ੍ਰਾਪਤ ਨਹੀਂ ਸੀ ਹੋਈ। ਸੋ ਦੂਜੀ ਵਾਰ ਭਗਵੰਤ ਮਾਨ, ਜੇ ਕੋਈ ਇੱਕੋ ਇੱਕ ਲੋਕ ਸਭਾ ਦਾ ਮੈਂਬਰ ਆਮ ਆਦਮੀ ਪਾਰਟੀ ਦਾ ਹੈ ਤਾਂ ਦੂਜੀ ਵਾਰ ਪੰਜਾਬ ਦੀ ਧਰਤੀ ਤੋਂ ਜਿੱਤ ਕੇ ਭਗਵੰਤ ਮਾਨ ਦੇ ਰੂਪ ਦੇ ਵਿੱਚ ਗਿਆ। ਇਸ ਕਰਕੇ ਉਹਨਾਂ ਨੂੰ ਨਜ਼ਰ ਆ ਰਿਹਾ ਜਿਸ ਤਰ੍ਹਾਂ ਉਹਨਾਂ ਦੀਆਂ ਸ਼ਕਤੀਆਂ ਘਟਾਈਆਂ ਜਾ ਰਹੀਆਂ ਨੇ। ਮੈਂ ਬੜੀ ਜ਼ਿੰਮੇਵਾਰੀ ਨਾਲ ਗੱਲ ਕਹਿਣਾ ਹੈ ਕਿ ਲੋਕ ਕਹਿੰਦੇ ਜੀ ਇੱਥੇ ਬਾਹਰੀ ਬੰਦੇ ਰਾਜ ਕਰ ਲੈਣਗੇ, ਅਰਵਿੰਦ ਕੇਜਰੀਵਾਲ ਨਾ ਕਿਤੇ ਮੁੱਖ ਮੰਤਰੀ ਬਣ ਜਾਵੇ। ਜੇ ਸਾਡੇ ਧੀਆਂ ਪੁੱਤ ਜਾ ਕੇ ਕੈਨੇਡਾ ਅਮਰੀਕਾ ਦੇ ਵਿੱਚ ਮੰਤਰੀ ਬਣ ਸਕਦੇ ਨੇ, ਸਭ ਤੋਂ ਵੱਡੀ ਸ਼ਕਤੀ ਅਮਰੀਕਾ ਦੀ ਉਪ ਰਾਸ਼ਟਰਪਤੀ ਭਾਰਤੀ ਮੂਲ ਦੀ ਔਰਤ ਬਣ ਸਕਦੀ ਹੈ, ਤਾਂ ਇੱਥੇ ਕਿਉਂ ਨਹੀਂ ਹੋ ਸਕਦਾ? ਬਿਲਕੁਲ ਇੱਥੇ ਵੀ ਹੋ ਸਕਦਾ ਹੈਗਾ। ਜੇ ਅਜੇ ਵੀ ਸਾਡੇ ਬਹੁਤ ਸਾਰੇ ਦੂਜੇ ਰਾਜਾਂ ਦੇ ਵਿੱਚ ਜੇ ਬਲਵੰਤ ਸਿੰਘ ਰਾਮੂਵਾਲੀਆ ਯੂਪੀ 'ਚ ਜਾ ਕੇ ਮੰਤਰੀ ਬਣ ਸਕਦੇ ਨੇ, ਤੇ ਯੂਪੀ ਵਾਲੇ ਪੰਜਾਬ 'ਚ ਕਿਉਂ ਨਹੀਂ ਬਣ ਸਕਦੇ? ਇਹ ਕੋਈ ਹੱਦ ਤਾਂ ਨਹੀਂ ਕੀਤੀ ਹੋਈ, ਹੈ ਤਾਂ ਭਾਰਤੀ ਹੈ, ਕੌਮੀਅਤ ਤਾਂ ਉਹਨਾਂ ਦੀ ਭਾਰਤੀ ਹੈਗੀ, ਜਿਹਦੇ ਕਰਕੇ ਉਹ ਕੀਤਾ ਜਾ ਸਕਦਾ ਹੈ। ਜੇ ਕੋਈ ਬੰਦਾ ਸੁਧਾਰ ਲੈ ਆਵੇ, ਜਿਸ ਤਰ੍ਹਾਂ ਉਹਨਾਂ ਨੇ ਦਾਅਵਾ ਨਹੀਂ ਕੀਤਾ, ਉਹਨਾਂ ਨੇ ਕਰਕੇ ਦਿਖਾਇਆ। ਬਿਜਲੀ ਦੀਆਂ ਦਰਾਂ ਦਿੱਲੀ ਦੇ ਵਿੱਚ ਪੰਜਾਬ ਤੋਂ ਕਿਤੇ ਘੱਟ ਨੇ, ਘਟਾਈਆਂ ਨੇ। ਉਹ ਕਹਿੰਦੇ ਵੀ 73% ਲੋਕਾਂ ਨੂੰ ਬਿਜਲੀ ਦੇ ਬਿੱਲ ਨਹੀਂ ਆ ਰਹੇ। ਉਹ ਕਿੱਥੋਂ ਪੂਰਾ ਕਰਦੇ ਨੇ? ਉਹਨਾਂ ਦੀ ਸਿਰਦਰਦੀ ਹੈ। ਉੱਥੇ ਸਿਹਤ ਸਹੂਲਤਾਂ
ਸਾਰੇ ਦੇਸ਼ ਨਾਲੋਂ ਵੱਖਰੀਆਂ ਦਿੱਤੀਆਂ ਜਾ ਰਹੀਆਂ ਨੇ ਸਰਕਾਰੀ ਹਸਪਤਾਲਾਂ ਦੇ ਵਿੱਚ। ਸਰਕਾਰੀ ਸਕੂਲਾਂ ਦਾ ਨਤੀਜਾ ਸੁਧਾਰਤਾ ਤੇ ਉਹਨਾਂ ਦੀ ਦਸ਼ਾ ਸੁਧਾਰਤੀ। ਦਿਸ਼ਾ ਤੇ ਦਸ਼ਾ ਦੋਨੇ ਚੀਜ਼ਾਂ ਸੁਧਾਰ ਕਰ ਦਿੱਤੀਆਂ ਨੇ। ਜੇ ਅਰਵਿੰਦ ਕੇਜਰੀਵਾਲ ਨੂੰ ਮੌਕਾ ਮਿਲਦਾ ਪੰਜਾਬ ਤੇ ਰਾਜ ਕਰਨ ਦਾ, ਇਹ ਜਿਹੜੇ ਕਹਿੰਦੇ ਨੇ ਕਿ ਅਸੀਂ ਉਹੀ ਰਾਜ ਕਰਨਾ ਵਾਰੀ-ਵਾਰੀ, ਇਹਨਾਂ ਦੇ ਪਹਿਲਾਂ ਇੱਕ ਵਾਈਟ ਪੇਪਰ ਜਾਰੀ ਹੋਵੇ ਜਿਨ੍ਹਾਂ ਦੋ ਪ੍ਰਮੁੱਖ ਪਾਰਟੀਆਂ ਨੇ ਪੰਜਾਬ ਦੇ ਵਿੱਚ ਰਾਜ ਕੀਤਾ, ਉਹ ਆਰਥਿਕ ਤੌਰ ਤੇ ਤੁਰੀਆਂ ਕਿੱਥੋਂ ਸੀ ਤੇ ਹੁਣ ਅੱਜ ਉਹ ਕਿੰਨੇ ਕਰੋੜਾਂ ਦੀਆਂ ਮਾਲਕ ਕਿਵੇਂ ਬਣ ਬੈਠੀਆਂ। ਪੰਜਾਬ ਲਗਾਤਾਰ ਕਰਜ਼ਾਈ ਹੁੰਦਾ ਜਾ ਰਿਹਾ। ਪੰਜਾਬ ਤੇ ਇਸ ਸਰਕਾਰ ਨੇ ਵੀ 70,000 ਕਰੋੜ ਤੋਂ ਵੱਧ ਦਾ ਕਰਜ਼ਾ ਚੜਾ ਦਿੱਤਾ। ਪੰਜਾਬ ਕਰਜ਼ਾਈ ਹੋ ਰਿਹਾ ਹੈ, ਇਹ ਖਰਬਾਪਤੀ ਬਣ ਰਹੇ ਨੇ। ਜਿਹੜੀਆਂ ਖਜ਼ਾਨੇ ਨੇ ਉਹ ਲਗਾਤਾਰ ਨੁੱਚੜਦੇ ਜਾ ਰਹੇ ਨੇ, ਉਹਨਾਂ 'ਚ ਪੈਸਾ ਟਿਕਦਾ ਹੀ ਨਹੀਂ। ਤਾਂ ਫਿਰ ਜੇ ਕੋਈ ਬੰਦਾ ਆ ਕੇ ਸਰਕਾਰੀ ਖਜ਼ਾਨੇ ਨੂੰ ਵਧੀਆ ਕਰ ਦੇਵੇ ਔਰ ਲੋਕ ਉਹਦੀ ਗੱਲ ਸੁਣ ਲੈਣ, ਉਹਨੂੰ ਅਪਣਾ ਲੈਣ, ਤੇ ਜੇ ਲੋਕਾਂ ਨੂੰ ਕੋਈ ਰਾਹਤ ਦੇ ਦੇਵੇ, ਕੋਈ ਮਾੜੀ ਗੱਲ ਤਾਂ ਹੈ ਨਹੀਂ। ਸੋ ਆਮ ਆਦਮੀ ਪਾਰਟੀ ਦਾ ਇਕੱਠ ਬਹੁਤ ਹੋਇਆ। ਉਸ ਇਕੱਠ ਦੇ ਵਿੱਚ ਉਹਨਾਂ ਨੇ ਜੋ ਸੁਨੇਹਾ ਦਿੱਤਾ, ਜੋ ਗਲਤੀਆਂ ਉਹਨਾਂ ਨੇ ਪਹਿਲਾਂ ਕੀਤੀਆਂ ਨੇ, ਤਾਂ ਜੇ ਉਹ ਗਲਤੀਆਂ ਸੁਧਾਰ ਕੇ ਪੰਜਾਬ ਦੇ ਵਿੱਚ ਚੋਣਾਂ ਲੜਨਗੇ, ਉਹ ਵੀ ਇੱਕ ਤੀਜੀ ਧਿਰ ਵੱਲੋਂ ਸਥਾਪਿਤ ਹੋ ਸਕਦੇ ਨੇ। ਜਿਵੇਂ ਇਸ ਵੇਲੇ ਭਾਰਤ ਦੇ ਵਿੱਚ ਵੀ ਕਾਂਗਰਸ, ਭਾਰਤੀ ਜਨਤਾ ਪਾਰਟੀ ਤੇ ਪੰਜਾਬ ਦੇ ਵਿੱਚ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਦਾ ਜੋ ਹਸ਼ਰ ਹੋ ਰਿਹਾ ਹੈ। ਅਕਾਲੀ ਦਲ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮਾਮਲੇ ਦੇ ਵਿੱਚ ਜਿਸ ਤਰ੍ਹਾਂ ਦਾ ਉਹਨਾਂ ਨੂੰ ਲੋਕਾਂ ਨੇ ਹਾਸ਼ੀਏ ਤੇ ਧੱਕਿਆ, ਪਤਾ ਨਹੀਂ 2022 ਚ ਕੀ ਹੋਵੇਗਾ। ਔਰ ਅਜੇ ਕੋਈ ਇਹ ਨਜ਼ਰ ਨਹੀਂ ਆ ਰਿਹਾ ਕਿ ਇੱਕ ਪਰਿਵਾਰਵਾਦ ਦੇ ਪਿੱਛੇ ਲੱਗ ਕੇ ਅਕਾਲੀ ਦਲ ਦੀ ਬੇੜੀ ਡੋਬ ਦਿੱਤੀ ਹੈ ਜੀ। ਉਹ ਅਕਾਲੀ ਦਲ ਜਿਹੜਾ ਹੁਣ 100ਵੇਂ ਵਰ੍ਹੇ ਦੇ ਵਿੱਚ ਜਾ ਰਿਹਾ ਹੈ, ਉਹ ਅਕਾਲੀ ਦਲ ਜਿਹੜਾ ਸਭ ਤੋਂ ਵੱਧ ਅਧਿਕਾਰ, ਪਹਿਲਾਂ ਵੱਧ ਅਧਿਕਾਰਾਂ ਦੀ ਮੰਗ ਕਰਿਆ ਕਰਦਾ ਸੀ, ਅੱਜ ਉਹ ਅਕਾਲੀ ਦਲ ਦਾ ਹਾਲ ਕੀ ਹੋਇਆ ਵੈ। ਉਸ ਅਸੀਂ ਕਹਿੰਦੇ ਆ ਅਕਾਲੀ ਦਲ ਇੱਕ ਖੇਤਰੀ ਪਾਰਟੀ ਹੈ। ਖੇਤਰੀ ਪਾਰਟੀ ਹਮੇਸ਼ਾ ਮਜ਼ਬੂਤੀ 'ਚ ਖੜੇ, ਉਹ ਰਾਜ ਦੇ ਹਿੱਤ ਵਿੱਚ ਹੁੰਦੀ ਹੈ। ਸੋ ਇਹ ਜਿਹੜੀ ਅਗਲੀ ਲੜਾਈ ਲੜੀ ਜਾਣੀ ਆ, ਮੈਨੂੰ ਲੱਗਦਾ ਉਹ ਬਹੁਤ ਧਿਰੀ ਮੁਕਾਬਲਾ ਹੋਵੇਗਾ। ਕਾਂਗਰਸ ਅਕਾਲੀ ਦਲ ਤੇ ਤਾਂ ਹੈਗਾ ਹੀ ਹੈਗਾ। ਭਾਰਤੀ ਜਨਤਾ ਪਾਰਟੀ ਕਹਿੰਦੀ ਆ ਮੈਂ ਵੱਖਰੀ ਨੇ ਚੋਣ ਲੜਨੀ ਹੈ, ਤੇ ਚੌਥਾ ਜਿਹੜਾ ਆ ਗਿਆ ਤੁਹਾਡੇ ਕੋਲ, ਉਹ ਆਮ ਆਦਮੀ ਪਾਰਟੀ ਆਏਗੀ। ਔਰ ਕਿਸਾਨਾਂ ਦਾ ਜਿਹੜਾ ਅੰਦੋਲਨ ਚੱਲ ਰਿਹਾ ਹੈ, ਜੇ 5 ਰਾਜਾਂ ਦੇ ਵਿੱਚ ਕਿਸਾਨ ਭਾਰਤੀ ਜਨਤਾ ਪਾਰਟੀ ਨੂੰ ਪ੍ਰਭਾਵਿਤ ਕਰਨ ਵਿੱਚ ਕਾਮਯਾਬ ਹੋ ਗਏ, ਤਾਂ ਉਹਨਾਂ ਦਾ ਜਿਹੜਾ ਅਸਰ ਹੈ ਉਹ ਯੂਪੀ ਤੇ ਪੰਜਾਬ ਦੀਆਂ 2022 ਦੀਆਂ ਵਿਧਾਨ ਸਭਾ ਚੋਣਾਂ ਤੇ ਪੈਣਾ ਸੁਭਾਵਿਕ ਹੈ। ਜੀ, ਤੇ ਇਸ ਦੇ ਨਾਲ ਹੀ ਅਸੀਂ ਗੱਲ ਕਰਾਂਗੇ ਕਿ ਜਿਵੇਂ ਕਿ ਚੋਣਾਂ ਦੀ ਗੱਲ ਚੱਲ ਰਹੀ ਹੈ ਤਾਂ ਕੇਜਰੀਵਾਲ ਸਾਹਿਬ ਦੀ ਗੱਲ ਚੱਲ ਰਹੀ ਹੈ, ਤਾਂ ਬਹੁਤ ਸਾਰੇ ਜਿਹੜੇ ਵੱਖ-ਵੱਖ ਪਾਰਟੀਆਂ ਦੇ ਨੁਮਾਇੰਦੇ, ਵੱਖ-ਵੱਖ ਪਾਰਟੀਆਂ ਦੇ ਜਿਹੜੇ ਲੀਡਰ, ਜਿਨ੍ਹਾਂ ਦੇ ਵਿੱਚ ਇੱਕ ਸੁਖਪਾਲ ਸਿੰਘ ਖਹਿਰਾ ਵੀ ਸੀ। ਸੁਖਪਾਲ ਸਿੰਘ ਖਹਿਰਾ ਵੀ ਇਸ ਪਾਰਟੀ ਦੇ ਵਿੱਚ ਆ ਰਲੇ, ਤਾਂ ਉਸ ਟਾਈਮ ਤੇ ਸੁੱਚਾ ਸਿੰਘ ਛੋਟੇਪੁਰ ਵੀ ਸੀ, ਡਾਕਟਰ ਗਾਂਧੀ ਵੀ ਸੀ। ਤਾਂ ਇਹਨਾਂ ਸਾਰਿਆਂ ਨੂੰ ਲੈ ਕੇ ਲੋਕਾਂ ਨੂੰ ਲੱਗਿਆ ਕਿ ਹਾਂ ਚੰਗੇ ਨੁਮਾਇੰਦੇ ਨੇ ਜਿਹੜੇ ਦੇ ਵਿੱਚ ਹੈਗੇ ਨੇ। ਬੇਸ਼ੱਕ ਅੱਧਿਆਂ ਦੇ ਵਿੱਚ ਗੁੱਸਾ ਵੀ ਸੀ ਕਿ ਇਹ ਯੂਥ ਨੂੰ ਨਹੀਂ ਸਾਥ ਦੇ ਰਹੇ, ਬਾਹਰਲੇ ਜਿਹੜੇ ਲੋਕ ਨੇ ਜਾਂ ਬਾਹਰਲੀਆਂ ਪਾਰਟੀਆਂ ਦੇ ਜਿਹੜੇ ਨੁਮਾਇੰਦੇ ਨੇ ਉਹਨਾਂ ਨੂੰ ਆਪਣੀ ਪਾਰਟੀ ਦੇ ਵਿੱਚ ਲੈ ਕੇ ਆ ਰਹੇ ਨੇ, ਕਿਉਂਕਿ ਸਭ ਨੂੰ ਇਹ ਲੱਗਦਾ ਸੀ ਵੀ ਸ਼ਾਇਦ ਸਾਰੇ ਮੁੱਖ ਮੰਤਰੀ ਦੀ ਦੌੜ ਦੇ ਵਿੱਚ ਹੀ ਲੱਗੇ ਹੋਏ ਨੇ ਵੀ ਸਾਨੂੰ ਸੀਟ ਮਿਲ ਜਾਵੇ, ਸਾਨੂੰ ਸੀਟ ਮਿਲ ਜਾਵੇ। ਪਰ ਉਸ ਤੋਂ ਬਾਅਦ ਮੁੱਖ ਮੰਤਰੀ ਦੀ ਚੋਣ ਤੱਕ ਪਹੁੰਚਦੇ ਸਾਰੇ ਇੱਧਰ ਉੱਧਰ ਹੋ ਗਏ। ਤਾਂ ਹੁਣ ਸੁਖਪਾਲ ਸਿੰਘ ਖਹਿਰਾ, ਜਿਨ੍ਹਾਂ ਦਾ ਕਾਂਗਰਸ ਦੇ ਵਿੱਚ ਇੱਕ ਚੰਗਾ ਅਕਸ ਸੀ, ਉਹ ਇੱਧਰ ਆਏ। ਬੇਸ਼ੱਕ ਉਹ ਸਾਰੇ ਮੁੱਦਿਆਂ ਨੂੰ ਉਭਾਰਦੇ ਵੀ ਹੈਗੇ ਨੇ। ਹੁਣ ਉਹ ਸੁਣਨ ਦੇ ਵਿੱਚ ਇਹ ਆਇਆ ਕਿ ਉਹ ਹੁਣ ਆਮ ਆਦਮੀ ਪਾਰਟੀ ਨੂੰ ਛੱਡ ਕੇ ਕਾਂਗਰਸ ਦੇ ਵਿੱਚ ਜਾਣ ਦੀਆਂ ਗੱਲਾਂ ਨਿਕਲ ਕੇ ਸਾਹਮਣੇ ਆ ਰਹੀਆਂ। ਨਵਦੀਪ, ਇੱਕ ਤਾਂ ਤੁਹਾਡਾ ਪਹਿਲੇ ਸਵਾਲ ਦਾ ਮੈਂ ਜਵਾਬ ਦੇ ਦਿਆਂ ਕਿ ਜਿਹੜਾ ਦਿੱਲੀ ਲੋਕ ਸਭਾ ਤੇ ਰਾਜ ਸਭਾ ਦੇ ਵਿੱਚ ਰਾਜਪਾਲ ਲੈਫਟੀਨੈਂਟ ਗਵਰਨਰ ਨੂੰ ਸ਼ਕਤੀਆਂ ਵਧਾਉਣ ਵਾਲਾ ਬਿੱਲ ਪਾਸ ਹੋਇਆ, ਇਹ ਲੋਕਤੰਤਰ ਪ੍ਰਣਾਲੀ ਦੇ ਮੱਥੇ ਤੇ ਧੱਬਾ ਹੈ। ਇਹ ਭਾਰਤੀ ਜਨਤਾ ਪਾਰਟੀ ਜਿਹੜੀਆਂ ਗੱਲਾਂ ਕਰਦੀ ਹੁੰਦੀ ਸੀ ਕਾਂਗਰਸ ਵੇਲੇ, ਅੱਜ ਉਹਨਾਂ ਤੋਂ ਨਹੀਂ, ਉਹਨਾਂ ਤੋਂ 100 ਕਦਮ ਅੱਗੇ ਚੱਲ ਰਹੀ ਹੈ। ਦੇਖੋ ਫਿਰ ਉੱਥੇ ਲੋਕਾਂ ਦੀ ਸੁਣੀ ਚੁਣੀ ਹੋਈ ਸਰਕਾਰ ਦਾ ਮਹਿਨਾ ਕੀ ਰਹਿ ਜਾਂਦਾ ਹੈ ਜੇ ਤੁਸੀਂ ਸਾਰੀਆਂ ਸ਼ਕਤੀਆਂ ਜਿਹੜੀਆਂ ਉਸ ਪਾਸੇ ਵੱਲ ਦੇਣੀਆਂ ਨੇ। ਇਹਦੇ ਵਿੱਚ ਜਿਹੜੀਆਂ ਪਾਰਟੀਆਂ ਚੁੱਪ ਕਰੀਆਂ ਬੈਠੀਆਂ ਨਾ ਕਾਂਗਰਸ ਸਮੇਤ, ਉਹਨਾਂ ਨੇ ਉਹ ਭੂਮਿਕਾ ਅਦਾ ਨਹੀਂ ਕੀਤੀ। ਰਾਜ ਸਭਾ ਦੇ ਵਿੱਚ ਇਹ ਬਿੱਲ ਲਟਕ ਸਕਦਾ ਸੀ, ਪਰ ਉੱਥੇ ਇਹਨਾਂ ਨੇ ਗੰਭੀਰਤਾ ਨਹੀਂ ਦਿਖਾਈ। ਜਦੋਂ ਇਹੋ ਜਿਹਾ ਬਿੱਲ ਪਾਸ ਹੋਣਾ ਹੋਵੇ, ਆਮ ਤੌਰ ਤੇ ਸਿਆਸੀ ਆਗੂ ਉਦੋਂ ਜਾਂਦੇ ਹੀ ਨਹੀਂ। ਜਿਨ੍ਹਾਂ ਨੇ ਪਾਸ ਕਰਨਾ ਹੈ ਉਹ ਆਪਦੇ ਬਹੁਮਤ ਨਾਲ ਉਹਨੂੰ ਪਾਸ ਕਰ ਲੈਂਦੇ ਨੇ। ਸੋ ਇਹ ਜਿਹੜਾ ਰਾਜਪਾਲ ਨੂੰ ਸ਼ਕਤੀਆਂ ਦੇਣ ਦਾ ਚੱਲ ਰਿਹਾ,
ਔਰ ਪਹਿਲਾਂ ਸੁਪਰੀਮ ਕੋਰਟ ਨੇ ਵੀ ਇਹਦੇ ਤੇ ਇੱਕ ਆਪਦੀ ਟਿੱਪਣੀ ਦਿੱਤੀ ਸੀ ਕਿ ਲੋਕਾਂ ਦੀ ਚੁਣੀ ਹੋਈ ਜਿਹੜੀ ਪਾਰਟੀ ਹੁੰਦੀ ਆ ਉਹ ਸਰਵਉੱਚ ਹੁੰਦੀ ਆ, ਉਹਨੂੰ ਮੰਨਿਆ ਜਾਵੇ। ਇਹ ਲਗਾਤਾਰ ਇਹਦੇ ਤੇ ਜਿਹੜਾ ਇਹ ਚੱਲਿਆ ਹੈ, ਇਹ ਗਲਤ ਹੈ। ਲੋਕਤੰਤਰ ਦਾ ਗਲਾ ਘੁੱਟਿਆ ਜਾ ਰਿਹਾ ਹੈ। ਅਗਲੇ ਦਿਨਾਂ ਦੇ ਵਿੱਚ ਜਿੱਥੇ ਭਾਰਤੀ ਜਨਤਾ ਪਾਰਟੀ ਦੀਆਂ ਸਰਕਾਰਾਂ ਨਹੀਂ ਇਹ ਹੋ ਸਕਦਾ ਇਹ ਉੱਥੋਂ ਵੀ ਇਸ ਤਰ੍ਹਾਂ ਦੇ ਬਿੱਲ ਪਾਸ ਕਰਾਉਣ ਦੇ ਯਤਨ ਕਰਨ। ਜਿਵੇਂ ਉਹਨਾਂ ਨੇ ਕਿਹਾ ਕੇਜਰੀਵਾਲ ਨੇ ਕਿ ਮੈਂ 9 ਸਟੇਡੀਅਮ ਜੇਲ੍ਹਾਂ ਬਣਾਉਣ ਦੇ ਵਾਸਤੇ ਨਹੀਂ ਦਿੱਤੇ, ਜਿਸ ਤੋਂ ਖਿੱਚ ਕੇ ਭਾਰਤੀ ਜਨਤਾ ਪਾਰਟੀ ਵਾਲਿਆਂ ਨੇ ਇਹ ਕੰਮ ਕੀਤਾ ਹੈ। ਜਿਨ੍ਹਾਂ ਨੇ ਇਹ ਖੇਤੀ ਕਾਨੂੰਨ ਰੱਦ ਕਰ ਦਿੱਤੇ ਨੇ, ਉੱਥੇ ਇਸ ਤਰ੍ਹਾਂ ਦਾ ਕੰਮ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ। ਇਹ ਪੰਜਾਬ ਵਾਲੇ ਵੀ ਜਿਹੜੇ ਦੇਖਦੇ ਪਏ ਨੇ, ਕੱਲ੍ਹ ਨੂੰ ਇਸ ਤਰ੍ਹਾਂ ਦੀ ਸਥਿਤੀ ਪੰਜਾਬ 'ਚ ਵੀ ਆ ਸਕਦੀ ਹੈ ਕਿ ਇੱਥੇ ਹੀ ਰਾਜਪਾਲ ਸਾਹਿਬ ਨੂੰ ਸ਼ਕਤੀਆਂ ਵਧਾ ਕੇ ਦੇ ਦਿਓ। ਇਹ ਲੋਕਤੰਤਰ ਦੇ ਮੱਥੇ ਤੇ ਕਲੰਕ ਹੈ, ਨਹੀਂ ਹੋਣਾ ਚਾਹੀਦਾ ਸੀ। ਔਰ ਜਿਹੜੇ ਪੁੱਠੇ ਰਾਹ ਨੂੰ ਇਹ ਭਾਰਤੀ ਜਨਤਾ ਪਾਰਟੀ ਵਾਲੇ ਪਏ ਨੇ, ਉਹਦੀ ਅੱਤ ਕਰਦੇ ਜਾ ਰਹੇ ਨੇ। ਅੱਤ ਦਾ ਫਿਰ ਅੰਤ ਹੋਇਆ ਕਰਦਾ ਜੀ। ਤੇ ਹੁਣ ਆਪਾਂ ਗੱਲ ਅਗਲੀ ਗੱਲ ਤੇ ਕਰੀਏ ਜੀ। ਸੁਖਪਾਲ ਸਿੰਘ ਖਹਿਰਾ ਬਾਰੇ ਪਿੱਛੇ ਅਖਬਾਰਾਂ ਦੇ ਵਿੱਚ ਗੱਲ ਚੱਲੀ ਕਿ ਸੁਖਪਾਲ ਸਿੰਘ ਖਹਿਰਾ ਸ਼ਾਇਦ ਕਾਂਗਰਸ ਦੇ ਵਿੱਚ ਜਾ ਰਹੇ ਨੇ। ਹੁਣ ਦੇਖਣ ਵਾਲੀ ਗੱਲ ਇਹ ਹੈ ਕਿ ਸੁਖਪਾਲ ਸਿੰਘ ਖਹਿਰਾ ਦੇ ਨਾਲ ਕਈ ਵਿਧਾਇਕ ਆਏ, ਜਿਨ੍ਹਾਂ ਦੇ ਵਿੱਚੋਂ ਕੁਝ ਤਾਂ ਵਾਪਸੀ ਮੁੜ ਗਏ, ਆਮ ਆਦਮੀ ਪਾਰਟੀ ਨੂੰ ਦੁਬਾਰਾ ਉਧਰ ਹੀ ਚਲੇ ਗਏ। ਜਿਹੜੇ ਇਹਨਾਂ ਦੇ ਨਾਲ ਸੀ ਕੁਝ, ਜਿਨ੍ਹਾਂ ਚੋਂ ਪਿਰਮਲ ਸਿੰਘ ਹੋ ਰਹੇ ਨੇ, ਇਹਨਾਂ ਦੇ ਨਾਲ ਜਿਹੜੇ ਸੀਗੇ ਨਾਜਰ ਸਿੰਘ ਮਾਨਸ਼ਈਆ ਨੇ ਕਾਂਗਰਸ ਜੁਆਇਨ ਕਰ ਲਈ। ਸੋ ਜਦੋਂ ਇਹ ਛੱਡ ਕੇ ਆਏ, ਉਹ ਅਜੇ ਸਾਰੇ ਦਾ ਸਾਰਾ ਮਾਮਲਾ ਜਿਉਂ ਦੀ ਤਿਉਂ ਤੁਰਿਆ ਫਿਰਦਾ। 5-4 ਮਹੀਨੇ ਰਹਿ ਗਏ, ਮੈਨੂੰ ਲੱਗਦਾ ਸਪੀਕਰ ਨੇ ਉਹ ਵੀ ਇਸੇ ਤਰ੍ਹਾਂ ਲਟਕਾ ਦੇਣੇ ਨੇ, ਜਿਹੜਾ ਇਹਨਾਂ ਦੇ ਉੱਤੇ ਇੱਕ ਤਲਵਾਰ ਲਟਕੀ ਹੋਈ ਸੀ ਦਲ ਬਦਲੀ ਦੀ। ਸੋ ਸੁਖਪਾਲ ਸਿੰਘ ਖਹਿਰਾ ਦੇ ਚਰਚੇ ਬਹੁਤ ਨੇ, ਪਰ ਸੁਖਪਾਲ ਸਿੰਘ ਖਹਿਰਾ ਨੇ ਆਪਣੇ ਵੱਲੋਂ ਅਜੇ ਕੁਝ ਕਲੀਅਰ ਨਹੀਂ ਕੀਤਾ ਕਿ ਉਹ ਵਾਕਈ ਜਾ ਰਹੇ ਨੇ। ਜੇ ਜਾ ਰਹੇ ਨੇ ਤਾਂ ਕਦੋਂ ਜਾ ਰਹੇ ਨੇ, ਜਾਂ ਕਿਹਦੇ ਨਾਲ ਉਹਨਾਂ ਦੀ ਗੱਲ ਹੋ ਗਈ ਹੈ, ਮੁੱਖ ਮੰਤਰੀ ਨਾਲ ਹੋ ਗਈ ਹੈ, ਜਾਂ ਜਿਹੜੇ ਕਾਂਗਰਸ ਦੇ ਪ੍ਰਧਾਨ ਨੇ ਸੂਬਾ ਦੇ ਸੁਨੀਲ ਜਾਖੜ, ਉਹਨਾਂ ਨਾਲ ਕੋਈ ਗੱਲਬਾਤ ਹੋ ਗਈ ਹੈ। ਪਰ ਪਿਛਲੇ ਦਿਨਾਂ ਤੋਂ ਲੱਗਦਾ ਇਹ ਹੈਗਾ ਜਿਵੇਂ ਵਿਧਾਨ ਸਭਾ ਦੇ ਵਿੱਚ ਆਮ ਤੌਰ ਤੇ ਸੁਖਪਾਲ ਖਹਿਰਾ ਨੂੰ ਉਹ ਆਗੂ ਕਿਹਾ ਜਾਂਦਾ ਜਿਹੜਾ ਡਾਟੇ ਵਗੈਰਾ ਲਿਆਉਣ ਦੇ ਵਿੱਚ ਕੋਈ ਕਸਰ ਬਾਕੀ ਨਹੀਂ ਛੱਡਦੇ। ਜਿਸ ਦਿਨ ਉਹਨਾਂ ਦੇ ਉੱਤੇ ਸਰਕਾਰੀ ਏਜੰਸੀ ਦਾ ਛਾਪਾ ਪਿਆ, ਉਸ ਦਿਨ ਵੀ ਸਾਰੀਆਂ ਪਾਰਟੀਆਂ ਨੇ ਉਹਨਾਂ ਦਾ ਸਾਥ ਦਿੱਤਾ, ਉਹਨਾਂ ਦੇ ਹੱਕ 'ਚ। ਈਵਨ ਮੁੱਖ ਮੰਤਰੀ ਨੇ ਵੀ ਉਹਨਾਂ ਦੇ ਹੱਕ ਦੇ ਵਿੱਚ ਬਿਆਨ ਦਿੱਤਾ। ਤਾਂ ਲੋਕਾਂ ਨੂੰ ਇਹ ਕਿਆਸ ਰਾਈਆਂ ਹੋ ਗਈਆਂ ਸਨ ਕਿ ਜਿਹੜਾ ਸੁਖਪਾਲ ਸਿੰਘ ਖਹਿਰਾ ਜਦੋਂ ਛੱਜ 'ਚ ਪਾ ਕੇ ਛੱਡਦਾ ਕਿਸੇ ਨੂੰ, ਉਹ ਕਿਸੇ ਨੂੰ ਬਖਸ਼ਦਾ ਨਹੀਂ। ਉਸ ਵੇਲੇ ਮੁੱਖ ਮੰਤਰੀ ਸਾਹਿਬ ਵੱਲੋਂ ਤਾਂ ਕੋਈ ਨਾ ਕੋਈ ਕੜੀ ਅੰਦਰ ਖਾਤੇ ਪੱਕ ਰਹੀ ਹੈ। ਉਹਦਾ ਜਿਹੜੀ ਕਲੀਅਰ ਕਰਨਾ, ਉਹਨੂੰ ਸਾਫ਼ ਕਰਨਾ, ਉਹ ਸੁਖਪਾਲ ਖਹਿਰੇ ਦੀ ਜ਼ਿੰਮੇਵਾਰੀ ਹੈ। ਉਹਨੂੰ ਦੱਸਣਾ ਚਾਹੀਦਾ ਕਿ ਉਹ ਜਾ ਰਹੇ ਨੇ ਜਾਂ ਨਹੀਂ ਜਾ ਰਹੇ, ਜਾਂ ਕੋਈ ਤੀਜੀ ਧਿਰ ਜਿਹਦੀ ਸੰਭਾਵਨਾ ਬਣਦੀ ਜਾ ਰਹੀ ਹੈ। ਜਿਵੇਂ ਨਵਜੋਤ ਸਿੱਧੂ ਵਾਲੇ ਮਾਮਲੇ ਦੇ ਵਿੱਚ ਵੀ ਗੱਲ ਚੱਲਦੀ ਹੈ ਕਿ ਨਵਜੋਤ ਸਿੰਘ ਸਿੱਧੂ ਦਾ ਕਾਂਗਰਸ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਹੁੰਦਿਆਂ ਟਿਕੇ ਰਹਿਣਾ ਕੋਈ ਸੌਖਾ ਨਹੀਂ ਲੱਗਦਾ। ਉਹ ਵੀ ਸ਼ਾਇਦ ਕੋਈ ਕਦਮ ਲੈ ਲਵੇ। ਹੋ ਸਕਦਾ ਹੈ ਅਗਲੇ ਦਿਨਾਂ ਦੇ ਵਿੱਚ ਕੋਈ ਤੀਜੀ ਧਿਰ ਮਜ਼ਬੂਤੀ ਨਾਲ ਉੱਠ ਆਵੇ ਮਈ ਦੇ ਮਹੀਨੇ ਦੇ ਵਿੱਚ, ਜਦੋਂ 5 ਰਾਜਾਂ ਦੇ ਜਿਹੜੇ ਚੋਣ ਨਤੀਜੇ ਨਿਕਲ ਕੇ ਆਉਣਗੇ। ਨਵਦੀਪ ਜੀ, 5 ਰਾਜਾਂ ਦੇ ਵਿੱਚੋਂ 2 ਰਾਜ ਨੇ ਜਿੱਥੇ ਬਹੁਤ ਪੜਾਵੀ ਜਿਹੜੇ ਚੋਣ ਹੋਣੇ ਨੇ। ਅੱਜ ਤੋਂ ਸ਼ੁਰੂ ਹੋ ਗਈ ਹੈ। ਪੱਛਮੀ ਬੰਗਾਲ ਦੇ ਵਿੱਚ ਪਹਿਲੀਆਂ ਸ਼ਾਇਦ 30 ਸੀਟਾਂ ਦੀ ਅੱਜ ਹੋ ਰਹੀ ਹੈ। ਐਵੇਂ ਜਿਵੇਂ ਅਸਮ ਦੇ ਵਿੱਚ 3 ਗੇੜਾਂ 'ਚ ਹੋਣੀ ਹੈ। ਇਹ ਜਿਹੜਾ ਬੰਗਾਲ ਹੈ, ਮੇਰਾ ਖਿਆਲ ਉੱਥੇ 8 ਗੇੜਾਂ ਦੇ ਵਿੱਚ ਇਹ ਚੋਣਾਂ ਹੋਣੀਆਂ ਨੇ। ਉਹਦੇ ਵਿੱਚੋਂ ਪਹਿਲੇ ਗੇੜ ਦੀਆਂ ਜਿਹੜੀਆਂ ਵੋਟਾਂ ਨੇ ਉਹ ਅੱਜ ਪਾਈਆਂ ਜਾ ਰਹੀਆਂ ਨੇ। ਜਿਹੜੇ ਓਪੀਨੀਅਨ ਪੋਲ ਨੇ ਉਹ ਕਹਿੰਦੇ ਜਿਹੜੇ ਆ ਉਹ ਤਰ੍ਹਾਂ ਦੇ ਜਿਹੜੇ ਵੀ ਹੈਗੇ ਨੇ ਏਜੰਸੀਆਂ, ਉਹ ਆਪੋ ਆਪਣੀ ਰਾਏ ਦੇ ਰਹੀਆਂ ਨੇ। ਲੋਕ ਰਾਏ ਕੀ ਹੁੰਦੀ ਹੈ, ਇਹ ਤਾਂ 2 ਮਈ ਨੂੰ ਸਥਿਤੀ ਸਪਸ਼ਟ ਹੋਵੇਗੀ। ਜੀ ਬਿਲਕੁਲ। ਤੇ ਇਹ ਰਹੀ ਚੋਣਾਂ ਦੀ ਗੱਲ ਕਿ 2 ਮਈ ਨੂੰ ਪਤਾ ਲੱਗ ਜਾਏਗਾ ਕਿ ਆਖਿਰਕਾਰ ਉੱਥੇ ਕਿਹੜੀ ਪਾਰਟੀ ਹੈ ਜਿਹੜੀ ਉਹ ਆਪਣਾ ਪ੍ਰਭਾਵ ਛੱਡਦੀ ਹੈ, ਜਾਂ ਫਿਰ ਇਹ ਵੀ ਹੋ ਸਕਦਾ ਹੈ ਕਿ ਕਿਸਾਨੀ ਸੰਘਰਸ਼ ਦੇ ਜਿਹੜੇ ਨੁਮਾਇੰਦੇ ਨੇ, ਜਿਹੜੇ ਵੀ ਆਗੂ ਨੇ ਉੱਥੇ ਗਏ ਨੇ, ਤਾਂ ਉੱਥੇ ਉਹਨਾਂ ਦੀ ਵਜ੍ਹਾ ਕਰਕੇ ਬੀਜੇਪੀ ਨੂੰ ਕਿਤੇ ਨਾ ਕਿਤੇ ਖਤਰਾ ਹੋਇਆ ਜਾਂ ਨਹੀਂ ਹੋਇਆ, ਇਹ ਵੀ ਆਪਾਂ ਨੂੰ 2 ਮਈ ਤੱਕ ਦਾ ਜਿਹੜਾ ਇੰਤਜ਼ਾਰ ਹੈ ਉਹ ਕਰਨਾ ਪਵੇਗਾ। ਪਰ ਇਸ ਤੋਂ ਪਹਿਲਾਂ ਢਿੱਲੋਂ ਸਾਹਿਬ ਅਸੀਂ ਗੱਲ ਕਰ ਰਹੇ ਸੀ ਕਾਂਗਰਸ ਬਾਰੇ ਕਿ ਪਿਛਲੇ ਪ੍ਰੋਗਰਾਮ ਦੇ ਵਿੱਚ ਅਸੀਂ ਗੱਲ ਕੀਤੀ ਸੀ ਕਿ ਪ੍ਰਸ਼ਾਂਤ ਕਿਸ਼ੋਰ ਨੂੰ ਵਾਪਸ ਲੈ ਕੇ ਆਇਆ ਗਿਆ ਕਿ ਉਹ 2022 ਦੀ ਜਿਹੜੀ ਰਣਨੀਤੀ ਹੈ ਉਹ ਤਿਆਰ ਕਰ ਰਹੇ ਨੇ। ਤੇ ਹੁਣ ਖਬਰ ਇਹ ਵੀ ਮਿਲੀ ਹੈ ਕਿ ਵਿਧਾਇਕਾਂ ਦੇ ਨਾਲ ਵੀ ਉਹਨਾਂ ਨੇ ਮੀਟਿੰਗ ਕੀਤੀ ਹੈ। ਨਵਦੀਪ, ਜਿਹੜਾ ਪ੍ਰਸ਼ਾਂਤ ਕਿਸ਼ੋਰ ਨੂੰ ਲਿਆਂਦਾ ਗਿਆ, ਪ੍ਰਸ਼ਾਂਤ ਕਿਸ਼ੋਰ ਇੱਕ ਮੈਨੇਜਮੈਂਟ ਕਰਨ ਵਾਲਾ ਬੰਦਾ ਹੈ।
ਪੈਸੇ ਲੈਂਦਾ ਹੈ, ਆਪਣਾ ਸੌਦਾ ਵੇਚਦਾ ਹੈ। ਕਈ ਰਾਜਾਂ ਦੇ ਵਿੱਚ ਉਹ ਗਿਆ ਸੀ, ਬਿਹਾਰ ਦੇ ਵਿੱਚ ਵੀ ਗਿਆ ਤੇ ਉੱਥੇ ਨਤੀਜਾ ਕੀ ਨਿਕਲਿਆ ਸਾਨੂੰ ਸਾਰਿਆਂ ਨੂੰ ਪਤਾ ਹੈਗਾ। ਸ਼ੁਰੂਆਤੀ ਦੌਰ ਦੇ ਵਿੱਚ ਉਹ ਭਾਰਤੀ ਜਨਤਾ ਪਾਰਟੀ ਨਾਲ ਵੀ ਗਿਆ ਸੀ 2014 ਦੇ ਵਿੱਚ, ਜਦੋਂ ਨਰਿੰਦਰ ਮੋਦੀ ਦੇਸ਼ ਦੇ ਪ੍ਰਧਾਨ ਮੰਤਰੀ ਬਣਦੇ ਨੇ। ਜੇ 80 ਲੋਕ ਭਾਵਨਾਵਾਂ ਦੇ ਮੁਤਾਬਕ ਖਰੇ ਉਤਰੇ ਹੁੰਦੇ, ਜੋ ਅਸੀਂ ਵਾਅਦੇ ਲੋਕਾਂ ਨਾਲ ਕੀਤੇ ਉਹ ਸਾਰੇ ਪੂਰੇ ਕੀਤੇ ਹੁੰਦੇ, ਉਸ ਵੇਲੇ ਤਾਂ ਗੁਟਕਾ ਸਾਹਿਬ ਦੀ ਸਹੁੰ ਚੁੱਕ ਕੇ ਤੇ ਤਖਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵੱਲ ਨੂੰ ਮੂੰਹ ਕਰਕੇ ਕਿਹਾ ਸੀ ਕਿ 4 ਹਫ਼ਤਿਆਂ ਦੇ ਵਿੱਚ ਮੈਂ ਨਸ਼ਾ ਬੰਦ ਕਰ ਦਿਆਂਗਾ। ਇਹਨਾਂ ਨੂੰ ਪਤਾ ਨਹੀਂ ਨਸ਼ਾ ਕੌਣ ਵੇਚਦਾ, ਕੈਪਟਨ ਸਾਹਿਬ ਕਹਿੰਦੇ ਸੀ। ਤੇ ਬਾਅਦ ਦੇ ਵਿੱਚ ਹੁਣ ਕੈਪਟਨ ਸਾਹਿਬ ਕਹਿਣ ਲੱਗ ਗਏ ਮੈਂ ਲੱਕ ਤੋੜਨ ਦੀ ਗੱਲ ਕਹੀ ਸੀ। ਸ਼ੁਕਰ ਹੈ ਇੱਕ ਰੱਬ ਦਾ ਕਿ ਪ੍ਰਿੰਟ ਮੀਡੀਆ ਦੇ ਨਾਲ ਨਾਲ ਇਲੈਕਟ੍ਰੋਨਿਕ ਮੀਡੀਆ ਆ ਗਿਆ, ਨਹੀਂ ਪ੍ਰਿੰਟ ਮੀਡੀਆ ਵੇਲੇ ਤਾਂ ਇਹਨਾਂ ਦੀ ਪੱਕੀ ਉਹ ਹੁੰਦੀ ਸੀ, ਮੇਰੇ ਬਿਆਨ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਗਿਆ। ਹੁਣ ਜਦੋਂ ਸਾਕਸ਼ਾਤ ਸਾਹਮਣੇ ਦਿਖਾ ਦਿੱਤਾ ਜਾਂਦਾ ਹੈ ਤਾਂ ਇਹਨਾਂ ਕੋਲੇ ਜਵਾਬ ਨਹੀਂ ਹੁੰਦਾ। ਇਹਨਾਂ ਨੇ ਕਿਹਾ ਕਿ ਮੈਂ ਤਾਂ ਲੱਕ ਤੋੜਨ ਦੀ ਗੱਲ ਕਹੀ ਸੀ। ਜੇ ਕਿਹਾ ਕਿ ਤੁਸੀਂ ਇੱਕ ਹੋਰ ਗੱਲ ਕਹੀ ਸੀ ਕਿ ਅਸੀਂ ਬਿਜਲੀ ਦੇ ਸਮਝੌਤਿਆਂ ਨੂੰ ਰਿਵਿਊ ਕਰਾਂਗੇ, ਉਹਨਾਂ ਤੇ ਵਿਚਾਰ ਕਰਕੇ ਉਹਨਾਂ ਦੀ ਪੜਤਾਲ ਕਰਾਵਾਂਗੇ। 4 ਸਾਲ ਤੋਂ ਵਕਤ ਲੰਘ ਗਿਆ, ਅਜੇ ਤੱਕ ਉਹ ਕਿਹੜੇ ਵਾਸਤੇ 'ਚ ਪਾਏ ਮੇਰੇ ਉਹ ਨਿਕਲੇ ਨਹੀਂ। ਜੇ ਕੋਈ ਕਮੇਟੀ ਬਣਾਈ ਵਾਈਟ ਪੇਪਰ ਬਣਾਉਣ ਵਾਸਤੇ, ਕੌਣ ਲੋਕ ਬਣਾਤੇ ਜਿਨ੍ਹਾਂ ਲੋਕਾਂ ਨੇ ਉਹ ਸਮਝੌਤੇ ਕਰਾਏ ਸਨ। ਜਦੋਂ ਕਾਂਗਰਸੀ ਵਿਧਾਇਕਾਂ ਦੀ ਮੀਟਿੰਗ ਹੋਈ ਉਸ ਦੇ ਵਿੱਚ ਇਹ ਮੁੱਦਾ ਬੜਾ ਭਖਮਾ ਹੋ ਕੇ ਉੱਠਿਆ, ਨਿਕਲਿਆ ਇਹ ਮੁੱਦਾ। ਉਸ ਵੇਲੇ ਲੋਕਾਂ ਨੇ ਉਹਨੂੰ ਦੇਖਿਆ ਤੇ ਪਰ ਹੁਣ ਕਹਿ ਰਹੇ ਨੇ ਕਿ ਜੀ ਉਹ ਤਾਂ ਕਾਨੂੰਨੀ ਦਾਅ ਪੇਚੀ ਇੰਨੇ ਉਹ ਨੇ ਕਿਉਂ ਕੀਤਾ ਨਹੀਂ ਜਾ ਸਕਦਾ। ਤੁਸੀਂ ਕਾਨੂੰਨੀ ਦਾਅ ਪੇਚ ਦਾ ਕਰਦੇ ਕੀ ਹੋ? ਜਿਹੜਾ ਇਹਨਾਂ ਦਾ ਐਡਵੋਕੇਟ ਜਨਰਲ ਹੈ ਅਲਕਨੰਦਾ, ਉਹਦੇ ਬਾਰੇ ਹੋਰ ਨਹੀਂ ਕੋਈ। ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਮੁੱਦਾ ਉਠਾਇਆ ਸੀ ਕਿ ਮੁੱਖ ਮੰਤਰੀ ਸਾਹਿਬ ਇਹ ਕੇਸ ਹਰਾਉਣ ਵਾਸਤੇ ਰੱਖਿਆ ਹੋਇਆ ਹੈ। ਆ ਤਾਜ਼ਾ ਸਥਿਤੀ ਕੱਲ੍ਹ ਦੀ ਹੈ, ਜਦੋਂ ਉਹ ਮੁਖਤਾਰ ਅੰਸਾਰੀ ਵਾਲੇ ਮਾਮਲੇ ਦੇ ਵਿੱਚ ਵੀ ਸਰਕਾਰ ਦੀ ਹਾਰ ਹੋਈ ਹੈ। ਸੁਪਰੀਮ ਕੋਰਟ ਨੇ ਆਦੇਸ਼ ਦੇ ਦਿੱਤੇ ਨੇ ਕਿ ਉਹਨੂੰ ਯੂਪੀ ਦੀ ਜੇਲ੍ਹ 'ਚ ਤਬਦੀਲ ਕੀਤਾ ਜਾਵੇ। ਭਾਵ ਇਹਨਾਂ ਦੇ ਐਡਵੋਕੇਟ ਜਨਰਲ ਦੇ ਮੱਥੇ ਤੇ ਇੱਕ ਹੋਰ ਕਲੰਕ, ਕਾਲਸ ਰੂਪੀ ਕਲੰਕ ਲੱਗਿਆ। ਸੋ ਕਾਂਗਰਸ ਦੇ ਵਿਧਾਇਕਾਂ ਦੀ ਜਦੋਂ ਮੀਟਿੰਗ ਕੀਤੀ ਤਾਂ ਪ੍ਰਸ਼ਾਂਤ ਕਿਸ਼ੋਰ ਨੂੰ ਬਹੁਤ ਖਰੀਆਂ ਖੋਟੀਆਂ ਸੁਣਨੀਆਂ ਪਈਆਂ। ਉਹ ਕਹਿੰਦੇ ਸਾਨੂੰ ਐਂ ਤਾਂ ਦੱਸ ਦਿਓ ਵੀ ਮੁੱਖ ਮੰਤਰੀ ਨੇ ਕਿੱਦਣ ਵਿਧਾਇਕਾਂ ਨੂੰ ਬੁਲਾ ਕੇ ਕੋਈ ਗੱਲ ਕੀਤੀ ਹੈ? 4 ਸਾਲਾਂ ਦੇ ਵਿੱਚ ਕੋਈ 4 ਮੀਟਿੰਗਾਂ ਦੱਸ ਦਿਓ ਜਦੋਂ ਮੁੱਖ ਮੰਤਰੀ ਨੇ ਵਿਧਾਇਕਾਂ ਦੀ ਗੱਲ ਸੁਣੀ ਹੋਵੇ, ਉਹਨਾਂ ਨੂੰ ਬੁਲਾਇਆ ਹੋਵੇ। ਇੱਥੋਂ ਤੱਕ ਕਿ ਉਹਨਾਂ ਨੂੰ ਤਾਂ ਇਹ ਅਧਿਕਾਰੀ ਭੌਂਦੇ ਹੀ ਨਹੀਂ, ਇਹ MLA ਉਹਨਾਂ ਨੂੰ ਚੰਦ ਚਹੇਤੇ ਬਿਊਰੋਕਰੇਟ। ਤੁਸੀਂ ਇਹ ਦੇਖਿਓ ਜਿਨ੍ਹਾਂ ਬਿਊਰੋਕਰੇਟਾਂ ਦੇ ਉੱਤੇ ਅੱਜ ਆਸ ਟੱਕੀ ਹੋਈ ਹੈ, ਤੁਹਾਨੂੰ 2012 ਸੋਚਣੀ ਚਾਹੀਦੀ ਹੈ, ਜਦੋਂ ਕੈਪਟਨ ਅਮਰਿੰਦਰ ਸਿੰਘ ਪਹਿਲਾਂ ਹੀ ਜਾ ਕੇ ਰਾਜਪਾਲ ਨੂੰ ਮਿਲਿਆ ਸੀ, ਲਿਸਟ ਫੜਾਏ ਗਿਆ ਮੰਤਰੀ ਬਣਨਗੇ, ਤੇ ਹੋ ਕੀ ਗਿਆ ਉਲਟ। ਤਾਂ ਉਸ ਵੇਲੇ ਦੇ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਪਤਾ ਕੀ ਕਿਹਾ ਸੀ? ਕਹਿੰਦੇ ਕਈ ਤਾਂ ਅਚਕਨਾ ਸਮਾ ਕੇ ਦਿੱਲੀੋਂ ਚੱਲੇ ਸੀਗੇ ਪੰਜਾਬ ਵੱਲ ਨੂੰ, ਜਦੋਂ ਉਹਨਾਂ ਨੂੰ ਅੰਬਾਲੇ ਆ ਕੇ ਪਤਾ ਲੱਗਿਆ ਕਿ ਕੈਪਟਨ ਸਾਹਿਬ ਤਾਂ ਮੁੱਖ ਦੀ ਸਰਕਾਰ ਬਣ ਨਹੀਂ ਰਹੀ, ਤਾਂ ਕਹਿੰਦੇ ਉਹ ਮੁੜ ਕੇ ਘੁੰਡ ਕੱਢ ਕੇ ਵਾਪਸ ਮੁੜੇ ਸਨ। ਸੋ ਇਹ ਅਫਸਰ ਕਿਸੇ ਦੇ ਨਹੀਂ ਹੁੰਦੇ। ਮੈਨੂੰ ਯਾਦ ਹੈ ਜਦੋਂ ਪਾਣੀਆਂ ਦੇ ਬਿੱਲਾਂ ਦੇ ਉੱਤੇ ਵਿਧਾਨ ਸਭਾ ਦੇ ਵਿੱਚ ਬਹਿਸ ਕੀਤੀ ਜਾ ਰਹੀ ਸੀ, ਉਸ ਵੇਲੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਇੱਕ ਬਹੁਤ ਵੱਡਾ ਨੁਕਤਾ ਉਠਾਇਆ ਸੀ ਕਿ ਮੁੱਖ ਮੰਤਰੀ ਸਾਹਿਬ ਤੁਸੀਂ ਬਣੇ ਹੋ ਪਹਿਲੀ ਵਾਰ ਮੁੱਖ ਮੰਤਰੀ, ਮੈਂ ਬਣਿਆ ਤੀਜੀ ਵਾਰ ਮੁੱਖ ਮੰਤਰੀ। ਇਹ ਅਫਸਰ ਕਿਸੇ ਦੇ ਨਹੀਂ ਹੁੰਦੇ, ਤਾਂ ਰਾਤੋਂ ਰਾਤ ਬਦਲ ਜਾਂਦੇ ਹੁੰਦੇ ਨੇ। ਉਹਨਾਂ ਨੇ ਗੱਲ ਕੀਤੀ ਆਪਦੇ ਪ੍ਰਿੰਸੀਪਲ ਸੈਕਟਰੀ ਦੀ। ਆਹ ਕਹਿੰਦੇ ਸ਼ਬਦ ਵਰਤਿਆ ਮੋਟੂ ਜਾ, ਆਹ ਮੋਟੂ ਜਾ ਪ੍ਰਿੰਸੀਪਲ ਸੈਕਟਰੀ, ਜਿਹਨੂੰ ਮੈਂ ਆਪਦਾ ਪ੍ਰਿੰਸੀਪਲ ਸੈਕਟਰੀ ਲਾਇਆ। ਜਦੋਂ ਮੈਂ ਤਿਲਕ ਕੇ ਗੁਸਲਖਾਨੇ ਦੇ ਵਿੱਚ ਡਿੱਗਿਆ ਤਾਂ ਸਭ ਤੋਂ ਪਹਿਲਾਂ ਇਹ ਬੰਦਾ ਸੀ ਜਿਹਨੇ ਤੁਹਾਨੂੰ ਸੂਚਨਾ ਦਿੱਤੀ ਸੀ। ਭਾਵ ਇਹ ਕਦੇ ਕਿਸੇ ਦੇ ਨਹੀਂ ਹੁੰਦੇ, ਇਹਨਾਂ ਤੇ ਭਰੋਸਾ ਕਰਨਾ ਨਾ ਸਮਝੋ। ਸੋ ਉਹ ਇਸ ਮੀਟਿੰਗ ਦੇ ਵਿੱਚ ਪ੍ਰਸ਼ਾਂਤ ਕਿਸ਼ੋਰ ਨੂੰ ਕਿਹਾ ਗਿਆ ਕਿ ਚਹੇਤੇ ਜੇ ਚੀਫ ਸੈਕਟਰੀ ਰਿਟਾਇਰ ਹੋਇਆ, ਨਵੇਂ ਮੁੰਡੇ ਨੌਕਰੀਆਂ ਲੱਭਦੇ ਫਿਰਦੇ ਆ, ਤਾਂ ਉਹਨੂੰ ਨਾਲ ਦੀ ਨਾਲ ਇੱਕ ਕਮਿਸ਼ਨ ਬਣਾ ਕੇ ਉਹਦਾ ਚੇਅਰਮੈਨ ਲਾਤਾ। ਜਿਹੜਾ ਪੰਜਾਬ ਪੁਲਿਸ ਮੁਖੀ ਰਿਟਾਇਰ ਹੋਇਆ, ਉਹਨੂੰ ਸੂਚਨਾ ਕਮਿਸ਼ਨਰ ਲਾ ਦਿੱਤਾ ਗਿਆ। ਜੇ ਇੱਕ ਹੋਰ ਪੁਲਿਸ ਦਾ ਵੱਡਾ ਅਧਿਕਾਰੀ ਰਿਟਾਇਰ ਹੋਇਆ ਤਾਂ ਉਹਨੂੰ ਪੰਜਾਬ ਪੁਲਿਸ ਹਾਊਸਿੰਗ ਕਾਰਪੋਰੇਸ਼ਨ ਦਾ ਚੇਅਰਮੈਨ ਬਣਾ ਕੇ ਲਾ ਦਿੱਤਾ ਗਿਆ। ਸਲਾਹਕਾਰਾਂ ਦੀ ਫੌਜ ਕਿੱਡੀ ਵੱਡੀ ਬਣਾਈ ਹੋਈ ਹੈ। ਜੇ ਉਹ ਸਲਾਹਕਾਰ ਫਿਰ ਤੁਸੀਂ ਰੱਖੇ ਕਾਹਦੇ ਵਾਸਤੇ? ਜੇ ਸਲਾਹ ਤਾਂ ਤੁਸੀਂ ਪ੍ਰਸ਼ਾਂਤ ਕਿਸ਼ੋਰ ਤੋਂ ਲੈਣੀ ਹੈ। ਉਹਨਾਂ ਨੇ ਇੰਨੀਆਂ ਕੁ ਖਰੀਆਂ ਖੋਟੀਆਂ ਸੁਣਾਤੀਆਂ ਕਿ ਅਸੀਂ ਕਿਹੜੇ ਮੂੰਹ ਨਾਲ ਲੋਕਾਂ ਦੇ ਵਿੱਚ ਜਾਈਏ ਜਦੋਂ ਮੁੱਖ ਮੰਤਰੀ ਸਾਡੀ ਗੱਲ ਹੀ ਨਹੀਂ ਸੁਣਦਾ, ਸਾਨੂੰ ਮਿਲਦਾ ਨਹੀਂ।
ਸੋ ਹੁਣ ਤਾਂ ਕਰੋਨਾ ਮਹਾਮਾਰੀ ਆ ਗਈ, ਇਸ ਤਾਂ ਪਹਿਲਾਂ ਨਹੀਂ ਮਾਨ ਸੀ, ਠੀਕ ਹੈ, ਕਿਉਂਕਿ ਇੱਕ ਕਰੇਲਾ, ਦੂਜਾ ਨੀਮ ਚੜਿਆ, ਇੱਕ ਪਹਿਲੇ ਨਹੀਂ ਅਸੀਂ ਕਿਸੇ ਨੂੰ ਮਿਲਦੇ ਸੀ, ਦੂਜਾ ਕਰੋਨਾ ਦੀ ਆੜ ਆ ਗਈ ਵੀ ਕਰੋਨਾ ਦੀ ਆੜ 'ਚ ਕਿਸੇ ਨੂੰ ਮਿਲਣਾ ਨਹੀਂ ਹੈਗਾ। ਸੋ ਜੇ ਤੁਸੀਂ ਲੋਕਾਂ ਦੇ ਵਿੱਚ ਜਾਣਾ ਤਾਂ ਮੁੱਖ ਮੰਤਰੀ ਸਾਹਿਬ ਨੂੰ ਆਪਦੇ ਤੌਰ ਤਰੀਕੇ ਬਦਲਣੇ ਪੈਣਗੇ। ਲੋਕਾਂ ਦੇ ਵਿੱਚ ਜਾਣ ਵਾਸਤੇ ਗੱਲਬਾਤਾਂ, ਵਿਧਾਇਕਾਂ ਦੀਆਂ ਗੱਲਾਂ ਸੁਣਨੀਆਂ ਪੈਣਗੀਆਂ, ਜਾਂ ਜਿਨ੍ਹਾਂ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਚੋਣਾਂ ਲੜਾਉਣੀਆਂ ਹੈਗੀਆਂ ਨੇ ਉਹਨਾਂ ਦੀ ਗੱਲ ਸੁਣਨੀ ਪਈ ਜੀ। ਤੇ ਸਮਾਂ ਸਾਡੇ ਕੋਲ ਬਹੁਤ ਘੱਟ ਰਹਿ ਗਿਆ, ਸਿਰਫ 1.5 ਮਿੰਟ ਦਾ ਸਮਾਂ ਬਾਕੀ ਤੇ ਜਾਂਦੇ ਜਾਂਦੇ ਅਸੀਂ ਇਸ ਖਬਰ ਤੇ ਵੀ ਗੱਲਬਾਤ ਕਰਾਂਗੇ ਕਿ ਬੇਸ਼ੱਕ ਬੀਤੇ 1 ਮਹੀਨੇ ਪਹਿਲਾਂ ਸਾਕਾ ਨਨਕਾਣਾ ਦੇ ਸ਼ਤਾਬਦੀ ਸਮਾਗਮ ਦੀਆਂ ਸਾਰਿਆਂ ਵੱਲੋਂ ਤਿਆਰੀਆਂ ਕਰ ਲਈਆਂ ਗਈਆਂ ਸਨ। ਜਥੇ ਨੇ ਜਾਣਾ ਸੀ ਤਾਂ ਐਨ ਵਕਤ ਤੇ ਕੇਂਦਰ ਸਰਕਾਰ ਵੱਲੋਂ ਪਾਬੰਦੀ ਲਗਾ ਦਿੱਤੀ ਗਈ ਕਿ ਜਥਾ ਪਾਕਿਸਤਾਨ ਲਈ ਰਵਾਨਾ ਨਹੀਂ ਹੋਵੇਗਾ। ਉਸ ਵਕਤ ਸਿੱਖਾਂ ਦੇ ਵਿੱਚ ਬਹੁਤ ਹੀ ਸੋਗ ਛਾ ਗਿਆ ਕਿਉਂਕਿ ਉੱਥੇ ਜਾਣਾ ਚਾਹੁੰਦੇ ਸਨ। ਬਹੁਤ ਅਹਿਮ ਸਮਾਗਮ ਸੀ ਜਿਸ ਦੇ ਵਿੱਚ ਉਹ ਸ਼ਿਰਕਤ ਕਰਨਾ ਚਾਹੁੰਦੇ ਸਨ। ਪਰ ਹੁਣ ਇੱਕ ਖੁਸ਼ੀ ਦੀ ਖਬਰ ਸਾਹਮਣੇ ਆਈ ਹੈ ਕਿ ਕੇਂਦਰ ਸਰਕਾਰ ਵੱਲੋਂ ਵਿਸਾਖੀ ਦੇ ਮੌਕੇ ਤੇ ਜਥਾ ਪਾਕਿਸਤਾਨ ਭੇਜਣ ਦੀ ਜਿਹੜੀ ਗੱਲ ਹੈ ਉਹ ਕੀਤੀ ਗਈ ਹੈ। ਜਿਹੜਾ ਫੈਸਲਾ ਉਹ ਲੈ ਲਿਆ ਗਿਆ ਕਿ ਇਸ ਵਾਰ ਜਿਹੜਾ ਜਥਾ ਉਹ ਪਾਕਿਸਤਾਨ ਲਈ ਰਵਾਨਾ ਜ਼ਰੂਰ ਹੋਵੇਗਾ। ਨਵਦੀਪ, ਇਹਦੇ ਵਿੱਚ ਵੀ ਅਜੇ ਥੋੜਾ ਜਿਹਾ ਇਹਨਾਂ ਨੇ ਜਿਹੜਾ ਕੀਤਾ ਹੈ ਉਹ 12 ਅਪ੍ਰੈਲ ਤੋਂ 21 ਅਪ੍ਰੈਲ ਕੀਤਾ ਹੈ ਜੀ। ਜਿਹੜਾ ਜਥਾ ਇੱਥੋਂ ਜਾਂਦਾ ਉਹ ਅਖੰਡ ਪਾਠ ਸਾਹਿਬ ਆਪ ਕਰਾਉਂਦਾ ਵਿਸਾਖੀ ਵਾਲਾ ਜੀ। ਇਹ ਜੇ 10 ਤੋਂ ਹੋ ਜਾਂਦਾ ਬਹੁਤ ਵਧੀਆ ਸੀਗਾ, ਕਿਉਂਕਿ ਜੇ 12 ਨੂੰ ਅਖੰਡ ਪਾਠ ਸਾਹਿਬ ਪ੍ਰਕਾਸ਼ ਕਰਾਉਣਗੇ ਜਾਣਗੇ ਤਾਂ ਦੁਪਹਿਰ ਤੱਕ, ਤਾਂ ਹੀ ਭੋਗ 14 ਨੂੰ ਵਿਸਾਖੀ ਵਾਲੇ ਦਿਨ ਪਵੇਗਾ। ਇਹ ਪਤਾ ਨਹੀਂ ਕਿਉਂ, ਪਰ ਫਿਰ ਵੀ ਜੇ ਉਹਨਾਂ ਨੇ ਕਿਹਾ ਕਿ ਜਥਾ ਭੇਜਣ ਦੀ ਆਗਿਆ ਦਿੱਤੀ ਆ, ਇਹਦਾ ਸਵਾਗਤ ਕਰਨਾ ਬਣਦਾ ਹੈ। ਪਹਿਲਾਂ ਉਹਨਾਂ ਨੇ ਕਰੋਨਾ ਆੜ ਦੇ ਵਿੱਚ ਕਿਹਾ ਕਿ ਉੱਥੇ ਨਹੀਂ ਜਾਇਆ ਜਾ ਸਕਦਾ, ਪਰ ਪੱਛਮੀ ਬੰਗਾਲ ਤੇ ਹੋਰ ਰਾਜ ਜਿੱਥੇ ਵੋਟਾਂ ਪੈ ਰਹੀਆਂ ਨੇ ਉੱਥੇ ਮੇਰੇ ਖਿਆਲ ਜੀਓ ਦੇ ਟਾਵਰ ਹੀ ਐਡੇ ਵੱਡੇ ਲਾਤੇ ਕਿ ਕਰੋਨਾ ਉੱਥੇ ਨੇੜੇ ਦੀ ਨਹੀਂ ਲੰਘਦਾ, ਉਹ ਦੂਰ ਭੱਜ ਜਾਂਦਾ ਹੈਗਾ। ਸੋ ਇਸ ਵੇਲੇ ਜਿਹੜਾ ਇਹ ਸਵਾਗਤਯੋਗ ਹੈ, ਉੱਥੇ ਕਹਿਣਾ ਕਿ ਜਥਾ ਜਾਵੇਗਾ। ਇੱਕ ਗੱਲ ਹੋਰ ਮੈਂ ਨਾਲ ਹੀ ਕਰ ਦੇਵਾਂ ਪਾਕਿਸਤਾਨ ਦੀ, ਕਿ ਉੱਥੇ ਜਿਹੜਾ ਪਾਣੀ ਹੈ ਉਸ ਮਸਲੇ ਦੇ ਵਿੱਚ ਕਹਿ ਕੇ ਉੱਥੇ 2040 ਦੇ ਵਿੱਚ ਬਹੁਤ ਵੱਡਾ ਚਿੰਤਾ ਦਾ ਵਿਸ਼ਾ ਹੈ ਕਿ ਉੱਥੇ ਸ਼ੁੱਧ ਪਾਣੀ ਧਰਤੀ ਹੇਠ ਬਚੇਗਾ ਹੀ ਨਹੀਂ ਪੀਣ ਵਾਸਤੇ। ਇਹ ਮਨੁੱਖਤਾ ਦੇ ਲਈ ਬਹੁਤ ਵੱਡਾ ਘਾਤਕ ਹੈ। ਬੜੇ ਲੰਬੇ ਸਮੇਂ ਤੋਂ ਅਜੇ ਅਸੀਂ ਅਵਿਸਲੀ ਤੁਰੇ ਫਿਰਦੇ ਹਾਂ। ਹੁਣ ਕਿਹਾ ਕਿ ਛੱਤਾਂ ਦਾ ਪਾਣੀ ਸਾਂਭ ਲਓ, ਫਲਾਨਾ ਕਰ ਲਓ, ਢਿਮਕਾ ਕਰ ਲਓ। ਜਦੋਂ ਹੜ੍ਹ ਆਉਣਗੇ ਉਦੋਂ ਫੈਲਾਂ ਜਿਹੀਆਂ ਨਿਕਲ ਆਉਂਦੀਆਂ ਨੇ। ਇੱਥੋਂ ਤੱਕ ਕਿ ਕਦੇ ਕਿਸੇ ਨੇ ਰਿਵਿਊ ਨਹੀਂ ਕੀਤਾ। 26 ਜਨਵਰੀ ਤੇ 15 ਅਗਸਤ ਨੂੰ ਉਹਨਾਂ ਲੋਕਾਂ ਨੂੰ ਵੀ ਫੋਨ ਆ ਜਾਂਦੇ ਨੇ ਡੀਸੀ ਦੇ ਕਿ ਜੀ ਤੁਹਾਡੀ ਡਿਊਟੀ ਫਲਾਣੇ ਥਾਂ ਤੇ ਲੱਗੀ ਵੀ ਆ, ਜਿਨ੍ਹਾਂ ਨੂੰ ਰਿਟਾਇਰ ਹੋਇਆ ਨੂੰ 2-2 ਸਾਲ ਹੋ ਗਏ ਨੇ। ਸੋ ਇਹਨਾਂ ਤੇ ਰਿਵਿਊ ਕਰਨ ਦੀ ਜ਼ਰੂਰਤ ਹੈਗੀ ਹੈ। ਸੋ ਜੇ ਜਥਾ ਉੱਥੇ ਜਾ ਰਿਹਾ, ਇਹ ਸਵਾਗਤਯੋਗ ਕਦਮ ਹੈ। ਕੁਝ ਸਮਾਗਮ ਹੈਗੇ ਨੇ ਜਿਨ੍ਹਾਂ ਦੇ ਉੱਤੇ ਹਰ ਸਾਲ ਜਿਹੜਾ ਭਾਰਤ ਵੱਲੋਂ ਜਥਾ ਪਾਕਿਸਤਾਨ ਦੇ ਗੁਰਧਾਮਾਂ ਦੇ ਦਰਸ਼ਨ ਕਰਨ ਜਾਂਦਾ ਹੈ। ਇਹ ਜੇ ਹੁਣ ਭਾਰਤ ਸਰਕਾਰ ਨੇ ਇਹਦੀ ਆਗਿਆ ਦਿੱਤੀ ਹੈ, ਇਹ ਸਾਡੇ ਵਿੱਚ ਇੱਕ ਬੜੀ ਚੰਗੀ ਗੱਲ ਹੈ ਕਿ ਉਹਨਾਂ ਨੇ ਇਹ ਆਗਿਆ ਦੇਤੀ ਹੈ। ਇਹਦੇ ਨਾਲ ਜਿਹੜਾ ਸਿੱਖ ਸ਼ਰਧਾਲੂ ਹੈ ਉਹਨਾਂ ਦੇ ਵਿੱਚ ਖੁਸ਼ੀ ਦੀ ਲਹਿਰ ਹੈ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਬਹੁਤ ਹੀ ਵਧੀਆ ਤਰੀਕੇ ਦੇ ਨਾਲ ਤੁਸੀਂ ਸਾਰੀਆਂ ਖਬਰਾਂ ਤੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ ਤੇ ਦਰਸ਼ਕਾਂ ਦਾ ਵੀ ਬਹੁਤ ਬਹੁਤ ਧੰਨਵਾਦ, ਤੁਸੀਂ ਸਾਡੇ ਨਾਲ ਜੁੜਦੇ ਹੋ। ਸਾਰੇ ਹੀ ਜਿੰਨੀਆਂ ਵੀ ਖਬਰਾਂ ਅਸੀਂ ਲੈਂਦੇ ਹਾਂ ਉਹਨਾਂ ਨੂੰ ਧਿਆਨ ਦੇ ਨਾਲ ਸੁਣਦੇ ਹੋ ਤੇ ਹੋਰ ਪ੍ਰੋਗਰਾਮਾਂ ਦੇ ਵਿੱਚ ਆਪਣਾ ਪੱਖ ਵੀ ਰੱਖਦੇ ਹੋ। ਜੇਕਰ ਤੁਸੀਂ ਇਸ ਪ੍ਰੋਗਰਾਮ ਨੂੰ ਜਾਂ ਹੋਰ ਪ੍ਰੋਗਰਾਮਾਂ ਨੂੰ ਵੇਖਣ ਕਨਿਓ ਰਹਿ ਜਾਂਦੇ ਹੋ ਤਾਂ ਤੁਸੀਂ ਫਿਕਰ ਨਾ ਕਰਿਆ ਕਰੋ, ਕਿਉਂਕਿ ਅਸੀਂ ਆਪਣੇ YouTube ਤੇ ਔਰ Facebook ਪੇਜ ਤੇ ਸਾਰੇ ਹੀ ਪ੍ਰੋਗਰਾਮਾਂ ਨੂੰ ਅਪਲੋਡ ਕਰਦੇ ਹਾਂ, ਤਾਂ ਤੁਸੀਂ ਉੱਥੇ ਵੀ ਸਾਰੇ ਪ੍ਰੋਗਰਾਮ ਆਰਾਮ ਦੇ ਨਾਲ ਦੇਖ ਸਕਦੇ ਹੋ। ਤੁਹਾਡਾ ਕੋਈ ਸਵਾਲ ਹੁੰਦਾ, ਕੋਈ ਸੁਝਾਅ ਹੁੰਦਾ, ਉਹ ਵੀ ਤੁਸੀਂ ਰੱਖ ਸਕਦੇ ਹੋ। ਸੋ ਅੱਜ ਤੇ ਇਸ ਪ੍ਰੋਗਰਾਮ ਦੇ ਵਿੱਚ ਇੰਨਾ ਹੀ ਜੀ। ਮਿਲਾਂਗੇ ਆਪਾਂ ਅਗਲੇ ਹਫਤੇ ਫਿਰ ਤੋਂ ਪ੍ਰੋਗਰਾਮ ਵਾਰ ਸਤਵਾਰ ਦੇ ਵਿੱਚ। ਤਦ ਤੱਕ ਲਈ ਸਾਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ। ਹੁਣ ਤੁਸੀਂ ਦੇਖ ਸਕਦੇ ਹੋ ਗਲੋਬਲ ਪੰਜਾਬ ਟੀਵੀ ਨੂੰ ਡਾਊਨਲੋਡ ਕਰੋ ਸਾਡੀ ਐਪ ਐਂਡਰੋਇਡ ਜਾਂ iOS ਤੇ ਫ੍ਰੀ ਵਿੱਚ, roku ਅਤੇ Amazon Fire TV ਤੇ ਜਾਂ Apple TV ਤੇ। ਨਾਲ ਹੀ ਦੇਖ ਸਕਦੇ ਹੋ ਲਾਈਵ ਸਟ੍ਰੀਮਿੰਗ www.globalpunjabtv.com ਤੇ।